ਗੁੱਡ ਮਾਰਨਿੰਗ ਐਵਰੀਵਨ। ਆਪਾਂ ਅੱਜ ਪਹਿਲੇ ਚੈਪਟਰ ਦਾ ਸੈਕਿੰਡ ਪਾਰਟ ਸ਼ੁਰੂ ਕਰਨ ਜਾ ਰਹੇ ਹਾਂ। ਜਿਹੜਾ ਪਹਿਲਾ ਆਪਣਾ ਪਾਰਟ ਸੀਗਾ ਉਹਦੇ ਵਿੱਚ ਆਪਾਂ ਵੇਵ ਮੋਸ਼ਨ ਦੇ ਜਿਹੜੇ ਕਰੈਕਟਰਿਸਟਿਕ ਸੀਗਾ ਇੰਪੀਡੈਂਸ ਉਹ ਕੀਤੇ ਸੀਗੇ। ਅੱਜ ਆਪਾਂ ਕਰਨਾ ਵਾ ਵੇਵ ਮੋਸ਼ਨ ਇਨ ਅਬਜ਼ੋਰਬਿੰਗ ਮੀਡੀਆ। ਅਬਜ਼ੋਰਬਿੰਗ ਮੀਡੀਆ ਦਾ ਕੀ ਮਤਲਬ ਆ? ਮਤਲਬ ਜਿਹੜੀ ਵੇਵ ਜੋ ਟਰੈਵਲ ਕਰਦੀ ਹੈ ਕਿਸੇ ਅਬਜ਼ੋਰਬਿੰਗ ਮੀਡੀਆ ਜਿਹਦੇ ਵਿੱਚ ਅਬਜ਼ੋਰਬ ਹੋ ਜਾਂਦੀ ਹੈ, ਤਾਂ ਕਿੰਨੀ ਅਬਜ਼ੋਰਬ ਹੁੰਦੀ ਹੈ, ਕਿੰਨਾ ਉਹਦਾ ਐਂਪਲੀਟਿਊਡ ਘਟਦਾ ਜਾਂ ਕਿੰਨੀ ਉਹਦੀ ਐਨਰਜੀ ਘਟਦੀ, ਉਹ ਚੀਜ਼ ਬਾਰੇ ਪੜ੍ਹਨਾ। ਹੁਣ ਕਹਿੰਦਾ ਇੱਕ ਵਨ ਡਾਇਮੈਂਸ਼ਨ ਵੇਵ ਪ੍ਰੋਪੇਗੇਟ ਕਰਦੀ ਹੈ ਅਬਜ਼ੋਰਬ ਮੀਡੀਅਮ ਵਿੱਚ, ਐਕਸਪੋਨੈਂਸ਼ੀਅਲੀ ਇਹਦਾ ਐਂਪਲੀਟਿਊਡ ਡਿਕਰੀਜ਼ ਕਰਦਾ ਵਿਦ ਦ ਡਿਸਟੈਂਸ। ਇਹ ਆਪਾਂ ਪਹਿਲੇ ਸਮੈਸਟਰ 'ਚ ਵੀ ਪੜ੍ਹ ਚੁੱਕੇ ਹਾਂ। ਮੈਨੂੰ ਦੱਸਿਆ ਸੀ ਕਿ ਜਿਹੜਾ ਡਿਸਟੈਂਸ ਆਪਣਾ ਐਂਪਲੀਟਿਊਡ ਵੇਰੀ ਕਰਦਾ, ਉਹ ਕਿਵੇਂ ਵੇਰੀ ਕਰਦਾ? ਏ ਐਕਸ ਲਿਖ ਲਓ, ਏ ਨੋਟ ਮੈਕਸਿਮਮ ਐਂਪਲੀਟਿਊਡ ਈ ਰਿਸਪੈਕਟ ਮਾਈਨਸ ਅਲਫਾ ਇਨਟੂ ਐਕਸ ਦੇ ਬਰਾਬਰ। ਠੀਕ ਹੈ, ਹੁਣ ਇਸ ਨੂੰ ਆਪਾਂ ਅੱਗੇ ਸੋਲਵ ਕਰਾਂਗੇ। ਦੇਖੋ, ਤਾਂ ਆਪਾਂ ਜਿਹੜੀ ਇੰਟੈਂਸਿਟੀ ਹੈ ਉਹ ਵੀ ਤੁਹਾਨੂੰ ਮੈਂ ਪਹਿਲੇ ਚੈਪਟਰ ਦੱਸਿਆ ਸੀਗਾ। ਜਿਹੜੀ ਇੰਟੈਂਸਿਟੀ ਹੈ ਆਈ ਹੈ, ਠੀਕ ਹੈ, ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਐਂਪਲੀਟਿਊਡ ਦਾ ਸਕੇਅਰ ਦੇ ਬਰਾਬਰ ਹੁੰਦੀ ਹੈ। ਠੀਕ ਹੈ, ਤਾਂ ਆਪਣੇ ਕੋਲ ਆ ਚੀਜ਼ ਬਣ ਗਈ, ਆਈ ਇੰਟੈਂਸਿਟੀ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਐਂਪਲੀਟਿਊਡ ਦਾ ਸਕੇਅਰ ਇਨਟੂ ਐਕਸ। ਇੱਥੇ ਡਾਇਰੈਕਟਲੀ ਪ੍ਰੋਪੋਰਸ਼ਨਲ ਨਿਸ਼ਾਨ ਆਪਾਂ ਨੂੰ ਹਟਾਉਣ ਲਈ, ਪ੍ਰੋਪੋਰਸ਼ਨੈਲਿਟੀ ਦਾ ਨਿਸ਼ਾਨ ਹਟਾਉਣ ਲਈ ਆਪਣੇ ਕਾਂਸਟੈਂਟ ਪ੍ਰੋਪੋਰਸ਼ਨੈਲਿਟੀ ਜਿਹਨੂੰ ਆਪਾਂ ਨਾਮ ਦਿੱਤਾ ਬੀ, ਤਾਂ ਇੱਥੇ ਇਕੁਅਲ ਟੂ ਦਾ ਨਿਸ਼ਾਨ ਆ ਗਿਆ। ਹੁਣ ਆਪਾਂ ਏ ਦੀ ਵੈਲਿਊ ਆਪਾਂ ਇਹ 'ਚ ਪੁੱਟ ਕਰ ਦੇਣੀ ਹੈ, ਜਿਹੜੀ ਆਪਾਂ ਪਹਿਲੇ ਕੱਢੀ ਸੀ, ਪਹਿਲੇ ਨੀਚੇ ਲਿਖੀ ਸੀ ਪਿਛਲੇ ਪੇਜ 'ਤੇ, ਉਹ ਵੈਲਿਊ ਆਪਾਂ ਇੱਥੇ ਪੁੱਟ ਕਰ ਦੇਣੀ ਹੈ। ਤਾਂ ਆਈ ਐਕਸ ਇਕੁਅਲ ਬੀ ਏ ਨੋਟ ਦਾ ਸਕੇਅਰ ਈ ਰੇਜ਼ ਪਾਵਰ ਮਾਈਨਸ 2 ਅਲਫਾ ਇਨਟੂ ਐਕਸ ਦੇ ਬਰਾਬਰ ਆ ਜਾਊਗਾ। ਠੀਕ ਹੈ ਜੀ। ਉਸ ਤੋਂ ਬਾਅਦ ਕਹਿੰਦਾ ਜਿਹੜਾ ਆਪਣਾ ਡਿਸਪਲੇਸਮੈਂਟ ਵੇਰੀ ਕਰਦੀ ਹੈ, ਉਹ ਕਿਵੇਂ ਵੇਰੀ ਕਰਦੀ ਹੈ? ਵਾਈ ਇਜ਼ ਇਕੁਅਲ ਟੂ ਏ ਐਕਸ ਈ ਰੇਜ਼ ਪਾਵਰ ਓਮੇਗਾ ਟੀ ਮਾਈਨਸ ਕੇ ਇਨਟੂ ਐਕਸ। ਹੁਣ ਏ ਆ ਕੀ ਹੈ? ਐਂਪਲੀਟਿਊਡ। ਠੀਕ ਹੈ, ਇਹਦੀ ਐਂਪਲੀਟਿਊਡ ਦੀ ਆਪਾਂ ਵੈਲਿਊ ਪੁੱਟ ਕਰ ਦੇਣੀ ਹੈ। ਠੀਕ ਹੈ ਜੀ, ਇੱਥੋਂ ਪੁੱਟ ਕਰਨੀ ਹੈ ਜਿਹੜੀ ਆਪਾਂ ਉੱਪਰ ਦਿੱਤੀ ਹੋਈ ਹੈ। ਤਾਂ ਐਂਪਲੀਟਿਊਡ ਦੀ ਵੈਲਿਊ ਆਪਾਂ ਜਿਹੜੀ ਪੁੱਟ ਕਰਤੀ, ਏ ਐਕਸ ਦੀ ਵੈਲਿਊ ਪੁੱਟ ਕਰਤੀ। ਤਾਂ ਆਪਾਂ ਹੁਣ ਮੈਂ ਦੇਖੋ, ਜਿਹੜਾ ਮਾਈਨਸ ਦਾ ਨਿਸ਼ਾਨ ਹੁੰਦਾ, ਆਪਾਂ ਏਓਟਾ ਦਾ ਸਕੇਅਰ ਕਰ ਦਈਏ ਤਾਂ ਮਾਈਨਸ 1 ਹੁੰਦਾ। ਮੈਂ ਇਹਨੂੰ ਮਾਈਨਸ 1 ਨੂੰ, ਜਿਹੜਾ ਮਾਈਨਸ ਆ ਇਹਨੂੰ ਆਪਾਂ ਮੈਂ ਏਓਟਾ ਸਕੇਅਰ ਲਿਖਤਾ, ਏਓਟਾ ਸਕੇਅਰ ਕਰਾਂਗੇ ਤਾਂ ਮਾਈਨਸ 1 ਆਹੀ ਚੀਜ਼ ਬਣ ਜੂਗੀ। ਤਾਂ ਅਲਫਾ ਇਨਟੂ ਐਕਸ ਈ ਰੇਜ਼ ਪਾਵਰ ਏਓਟਾ ਓਮੇਗਾ ਟੀ ਮਾਈਨਸ ਕੇ ਐਕਸ ਦੀਆਂ ਨੇ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਮੈਂ ਕੀਤਾ ਇਹਨਾਂ ਵਿੱਚ ਆਹ ਸਾਰੇ ਟਰਮ ਮੈਂ ਅੰਦਰ ਲੈ ਗਿਆ ਟੋਟਲ, ਤਾਂ ਆਪਣੇ ਕੀ ਆਊਗਾ? ਈ ਰੇਜ਼ ਪਾਵਰ ਏਓਟਾ ਮੈਂ ਬਾਹਰ ਰੱਖ ਲਿਆ, ਇੱਕ ਵਿੱਚ ਕੀ ਰਹਿ ਗਿਆ? ਓਮੇਗਾ ਟੀ, ਕਿਉਂਕਿ ਇਹ 'ਚ ਏਓਟਾ ਬਾਹਰ ਨਿਕਲ ਗਿਆ, ਪਲੱਸ ਕੇ ਦੇ ਵਿੱਚੋਂ ਏਓਟਾ ਬਾਹਰ ਨਿਕਲ ਗਿਆ, ਪਲੱਸ ਇਹਦੇ ਨਾਲ ਅਲਫਾ ਦੇ ਨਾਲ ਇੱਕ ਏਓਟਾ ਐਕਸਟਰਾ ਆ ਗਿਆ, ਏਓਟਾ ਅਲਫਾ ਇਨਟੂ ਐਕਸ ਮੈਂ ਬਾਹਰ ਕੱਢ ਲਿਆ। ਇਹ ਆਪਣੇ ਕੋਲ ਨਵੀਂ ਐਕਸਪ੍ਰੈਸ਼ਨ ਬਣ ਗਿਆ। ਹੁਣ ਜਿਹੜੀ ਆਹ ਚੀਜ਼ ਹੈ ਵਿੱਚ ਕੇ ਪਲੱਸ ਅਲਫਾ ਏਓਟਾ ਇਨਟੂ ਅਲਫਾ, ਇਹ ਕੀ ਹੈ? ਇੱਕ ਨਵਾਂ ਬਣ ਗਿਆ ਕਾਂਸਟੈਂਟ, ਪ੍ਰੋਪਗੇਟਿੰਗ ਕਾਂਸਟੈਂਟ, ਜਿਹਨੂੰ ਆਪਾਂ ਕਹਿੰਦੇ ਹਾਂ K1 ਲੈਤਾ ਇਹਦਾ ਨਾਮ। ਠੀਕ ਹੈ, ਤਾਂ ਦੇਖੋ ਐਕਸਪ੍ਰੈਸ਼ਨ ਸੇਮ ਹੀ ਬਣ ਗਿਆ। ਇਹਦੇ 'ਚ ਸੀਗਾ ਵਾਈ ਇਕੁਅਲ ਟੂ ਏ ਐਕਸ ਈ ਰੇਜ਼ ਪਾਵਰ ਏਓਟਾ ਓਮੇਗਾ ਟੀ ਮਾਈਨਸ ਕੇ ਐਕਸ। ਇਹਦੇ 'ਚ ਕੀ ਬਣ ਗਿਆ? ਵਾਈ ਇਕੁਅਲ ਟੂ ਏ ਨੋਟ ਈ ਰੇਜ਼ ਪਾਵਰ ਏਓਟਾ ਓਮੇਗਾ ਟੀ K1 ਇਨਟੂ ਐਕਸ। K1 ਦੀ ਵੈਲਿਊ ਆਪਣੇ ਕੋਲ ਨਵੀਂ ਆ ਗਈ। ਹੁਣ ਵੈਲੋਸਿਟੀ ਦਾ ਵੇਵ ਇਕੁਏਸ਼ਨ ਕਿਵੇਂ ਆਪਾਂ ਕੱਢਾਂਗੇ? ਜਿਹੜੀ 1.c1 ਇਕੁਅਲ ਟੂ K1 ਅਪੋਨ ਓਮੇਗਾ। ਠੀਕ ਹੈ, ਇਹਦੇ ਬਰਾਬਰ ਹੁੰਦੀ ਹੈ, ਆਪਾਂ ਪਹਿਲਾਂ ਆਰਟੀਕਲ ਕਰ ਚੁੱਕੇ ਹਾਂ। ਤਾਂ K1 ਦੀ ਵੈਲਿਊ ਇੱਥੇ ਪੁੱਟ ਕਰ ਦਿਓ, ਅਤੇ ਓਮੇਗਾ ਨੂੰ ਇਕੱਲੇ ਇਕੱਲੇ ਨਾਲ ਡਿਵਾਈਡ ਕਰ ਦਿਓ। ਤਾਂ ਇਹਨੂੰ ਆਪਾਂ 1/c ਲਿਖ ਲਾਂਗੇ, ਇਹ ਆ ਜਾਊਗਾ ਏਓਟਾ ਅਲਫਾ ਅਪੋਨ ਓਮੇਗਾ। ਆ ਆਪਣੇ ਕੋਲ C1 ਆ ਗਿਆ। ਹੁਣ ਦੇਖੋ ਇਹਦਾ ਮਤਲਬ ਕੀ ਹੈ? ਜਿਹੜੀ ਵੈਲੋਸਿਟੀ ਸੀਗੀ ਨਵੀਂ ਆਈ ਹੈ ਉਹ 1.c1 ਪਲੱਸ 1 ਏਓਟਾ ਅਲਫਾ ਅਪੋਨ ਓਮੇਗਾ, ਉਹ 'ਚ ਉਹ ਚੀਜ਼ ਐਡ ਹੋ ਗਈ। ਦਾ ਰਿਫਰੈਕਟਿਵ ਇੰਡੈਕਸ ਕਿੰਨਾ ਆ ਜਾਊਗਾ? ਰਿਫਰੈਕਟਿਵ ਇੰਡੈਕਸ ਕੀ ਜਿਹੜਾ ਵੈਲੋਸਿਟੀ ਆਫ ਲਾਈਟ ਇਨ ਮੀਡੀਅਮ ਟੂ ਦੈਨ ਫ੍ਰੀ ਸਪੇਸ, ਜਿਹੜੇ C0 ਅਪੋਨ C1, C0 ਅਪੋਨ C1 ਆ ਪਈ ਹੈ, ਇਹਨੂੰ ਆਪਾਂ C ਨਾਲ ਡਿਵਾਈਡ ਕਰਦੇ। ਠੀਕ ਹੈ, C0 ਨਾਲ ਮਲਟੀਪਲਾਈ ਕਰ ਤੋਂ C ਨਾਲ ਡਿਵਾਈਡ ਕਰਨਾ, ਜਦੋਂ C ਨਾਲ ਡਿਵਾਈਡ ਕਰਾਂਗੇ, ਠੀਕ ਹੈ, C ਨਾਲ ਮਲਟੀਪਲਾਈ ਕਰ ਤੋਂ ਆਹ ਟਰਮ ਆ ਜਾਊਗੀ। ਇਹਨੂੰ ਆਪਾਂ ਕਹਿੰਦੇ ਰਿਫਰੈਕਟਿਵ ਇੰਡੈਕਸ ਆਫ ਦਾ ਮੀਡੀਅਮ, ਐਬਜ਼ੋਰਬ ਮੀਡੀਅਮ। ਠੀਕ ਹੈ ਜੀ, ਇਹ ਸੀਗਾ ਆਪਣੇ ਕੋਲ ਜਦੋਂ ਵੇਵ ਜਿਹੜੀ ਹੈ ਐਬਜ਼ੋਰਬਿੰਗ ਮੀਡੀਅਮ ਦੇ ਵਿੱਚ ਟਰੈਵਲ ਕਰਦੀ ਹੈ। ਐਬਜ਼ੋਰਬਿੰਗ ਮੀਡੀਅਮ ਦਾ ਮਤਲਬ ਕੀ ਹੁੰਦਾ ਵੀ ਜਦੋਂ ਕੋਈ ਜਿਹੜੀ ਵੇਵ ਕਿਸੇ ਵਿੱਚ ਟਰੈਵਲ ਕਰਦੀ ਕਿਸੇ ਮੀਡੀਅਮ ਦੇ ਵਿੱਚ, ਤਾਂ ਅਬਜ਼ੋਰਬ ਹੋ ਜਾਂਦੀ ਹੈ, ਖਤਮ ਹੋਣ ਲੱਗ ਜਾਂਦੀ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਇੰਪੋਰਟੈਂਟ ਆਰਟੀਕਲ ਕੇ ਸ਼ੁਰੂ ਹੁੰਦੇ ਨੇ, ਰਿਫਲੈਕਸ਼ਨ ਐਂਡ ਟਰਾਂਸਮਿਸ਼ਨ ਆਫ ਏ ਵੇਵ ਇਨ ਏ ਸਟ੍ਰਿੰਗ ਐਟ ਡਿਸਕੰਟੀਨਿਊਟੀ।
ਇਹ ਆਰਟੀਕਲ ਦੇ ਵਿੱਚ ਬਹੁਤ ਸੌਖੇ ਨੇ, ਪਰ ਸਿਰਫ ਲੌਜਿਕ ਤੁਹਾਨੂੰ ਸਮਝਣਾ ਆਉਣਾ ਚਾਹੀਦਾ ਵਾ ਵੀ ਹਾਂ ਲੌਜਿਕ ਕੀ ਹੈ, ਕੀ ਚੀਜ਼ ਕਰਨਾ। ਰਿਫਲੈਕਸ਼ਨ ਤੇ ਟਰਾਂਸਮਿਸ਼ਨ ਕਿਉਂਕਿ ਆਰਟੀਕਲ ਦੇ ਜਿਹੜੇ 3 ਆਰਟੀਕਲ ਨੇ, 3-4 ਆਰਟੀਕਲ ਨੇ, ਸੇਮ ਹੀ ਨੇ। ਤੇ ਉਹਨਾਂ ਸਾਰਿਆਂ ਦਾ ਸੇਮ ਜਿਹੜਾ ਵਾ ਬਣਦਾ ਆਪਣਾ ਕੀ ਕਹਿੰਦੇ ਆ, ਜਿਹੜੀ ਨਾਮ ਆ ਜਾਂ ਉਹਦੀ ਡੈਫੀਨੇਸ਼ਨ ਜਾਂ ਆਪਣੀ ਸਟੇਟਮੈਂਟ ਉਹ ਸੇਮ ਹੀ ਹੈ, ਪਰ ਤੁਹਾਨੂੰ ਪੇਪਰ ਦੇ ਵਿੱਚ ਪੜ੍ਹ ਕੇ ਜਵਾਬ ਦੇਣਾ ਪੈਣਾ। ਇੱਕ ਕਈ ਵਾਰ ਪੁੱਛਣਾ ਰਿਫਲੈਕਸ਼ਨ ਤੇ ਟਰਾਂਸਮਿਸ਼ਨ, ਕਈ ਵਾਰ ਰਿਫਲੈਕਸ਼ਨ ਤੇ ਟਰਾਂਸਮਿਸ਼ਨ ਐਨਰਜੀ, ਕਈ ਵਾਰ ਰਿਫਲੈਕਸ਼ਨ ਟਰਾਂਸਮਿਸ਼ਨ ਆਪਸ਼ਨ ਪੁੱਛਣਗੇ। ਠੀਕ ਹੈ, ਆਰਟੀਕਲ ਸੇਮ ਹੀ ਸੇਮ ਕੱਢਣੇ ਨੇ, ਠੀਕ ਹੈ, ਪਰ ਉਹਨਾਂ ਦਾ ਜਿਹੜੇ ਐਂਡ ਤੇ ਰਿਜ਼ਲਟ ਆ ਉਹ ਅਲੱਗ-ਅਲੱਗ ਹੈ। ਹੁਣ ਆਪਾਂ ਦੇਖੋ ਪਹਿਲੇ ਨੰਬਰ ਤੇ ਇਹ ਹੈ ਰਿਫਲੈਕਸ਼ਨ ਐਂਡ ਟਰਾਂਸਮਿਸ਼ਨ, ਠੀਕ ਹੈ, ਰਿਫਲੈਕਸ਼ਨ ਆਫ ਏ ਵੇਵ ਇਨ ਏ ਸਟ੍ਰਿੰਗ ਐਟ ਡਿਸਕੰਟੀਨਿਊਟੀ, ਜਿੱਥੇ ਡਿਸਕੰਟੀਨਿਊਟੀ ਹੁੰਦੀ ਹੈ। ਜਿਵੇਂ ਇੱਕ ਪਾਸੇ ਆਪਾਂ ਐਗਜ਼ਾਮਪਲ ਲੈਂਦੇ ਹਾਂ, ਇੱਧਰਲੇ ਪਾਸੇ ਸੀਗਾ ਆਪਣੇ ਕੋਲ ਏਅਰ, ਠੀਕ ਹੈ, ਇੱਧਰ ਹੈਗਾ ਵਾਟਰ। ਜਦੋਂ ਆਪਾਂ ਲਾਈਟ ਇੰਸੀਡੈਂਟ ਕਰਦੇ ਹਾਂ, ਠੀਕ ਹੈ ਜੀ, ਤਾਂ ਥੋੜ੍ਹੀ ਜਿਹੀ ਲਾਈਟ ਰਿਫਲੈਕਟ ਹੋ ਜਾਂਦੀ ਹੈ, ਥੋੜ੍ਹੀ ਜਿਹੀ ਟਰਾਂਸਮਿਟ ਹੋ ਜਾਂਦੀ ਹੈ, ਠੀਕ ਹੈ। ਦੋਨਾਂ ਦਾ ਮੀਡੀਅਮ ਆ ਡਿਸਕੰਟੀਨਿਊਟੀ ਬਣ ਗਈ। ਇੱਥੇ ਏਅਰ ਸੀਗਾ, ਇੱਥੇ ਆਪਣੇ ਕੋਲ ਕੀ ਆ ਗਿਆ, ਪਾਣੀ, ਠੀਕ ਹੈ। ਜੇ ਹੁਣ ਆਪਾਂ ਇੱਥੇ ਗਲਾਸ ਵੀ ਲੈ ਸਕਦੇ ਹਾਂ, ਇੱਧਰ ਆਪਾਂ ਗਲਾਸ ਲੈ ਲੈਂਦੇ ਕੰਚ 'ਚ, ਇੱਧਰਲੇ ਪਾਸੇ ਆਪਾਂ ਏਅਰ ਲੈ ਲੈਂਦੇ, ਤਾਂ ਉਹ 'ਚ ਵੀ ਕੀ ਹੈ ਪਾਸਟਿਵ ਟਰਾਂਸਮਿਟ ਤੁਸੀਂ +2 ਵਿੱਚ ਐਕਸਪੈਰੀਮੈਂਟ ਵੀ ਕੀਤਾ ਹੋਇਆ। ਜਿਹੜੀ ਆਪਾਂ ਸਲਿੱਟ ਜਿਹੀ ਰੱਖ ਕੇ ਨਾ ਇੱਕ ਸਲੈਬ ਰੱਖ ਲੈਂਦੇ ਸੀਗੇ, ਇਸ ਤਰ੍ਹਾਂ ਸਲੈਬ ਰੱਖ ਕੇ ਆਪਾਂ ਇੱਧਰ ਪਿੰਨਾਂ ਲਾਉਂਦੇ ਸੀਗੇ, ਅਤੇ ਇੱਥੋਂ ਆਪਾਂ ਕਹਿੰਦੇ ਸੀ ਟੂਵਰਡ ਨੋਰਮਲ, ਅਵੇ ਫਰੋਮ ਨੋਰਮਲ, ਠੀਕ ਹੈ, ਇੱਦਾਂ ਇੱਧਰੋਂ ਐਂ ਨਹੀਂ ਹੁੰਦੀ ਸੀ। ਠੀਕ, ਇੱਥੇ ਕੀ ਹੈ ਇਹਦੇ ਮਤਲਬ ਡਿਸਕੰਟੀਨਿਊਟੀ ਆ ਗਈ। ਆ ਏਅਰ ਸੀਗਾ, ਆ ਆਪਣੇ ਕੋਲ ਡੈਂਸਰ ਮੀਡੀਅਮ ਸੀ, ਰੇਅਰਰ ਮੀਡੀਅਮ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ। ਉਸੇ ਤਰ੍ਹਾਂ ਇਹ ਚੀਜ਼ ਹੈ ਵੀ ਜਦੋਂ ਡਿਸਕੰਟੀਨਿਊਟੀ ਹੁੰਦੀ ਹੈ ਉੱਥੇ ਜਿਹੜੀ ਇਹ 'ਚ ਦੇਖੋ ਥੋੜ੍ਹੀ ਚੀਜ਼ ਰਿਫਲੈਕਟ ਹੋ ਜਾਣੀ ਹੈ, ਰਿਫਲੈਕਸ਼ਨ ਵੀ ਹੁੰਦੀ ਹੈ, ਰੀਫਰੈਕਸ਼ਨ ਵੀ ਹੁੰਦੀ ਹੈ। ਉਸ ਤਰ੍ਹਾਂ ਜਿਹੜੀ ਵੇਵ ਜਿਹੜੀ ਇੰਸੀਡੈਂਟ ਹੋਈ ਹੈ ਉਹ ਪਾਸ ਦੀ ਟਰਾਂਸਮਿਟ ਹੋ ਜੂਗੀ, ਠੀਕ ਹੈ, ਪਾਸ ਦੀ ਰਿਫਲੈਕਟ ਹੋ ਜੂਗੀ, ਰਿਫਲੈਕਟ ਹੋ ਗਈ, ਟਰਾਂਸਮਿਟ ਹੋ ਗਈ। ਤਾਂ ਉਹਦੇ ਵਿੱਚ ਆਪਾਂ ਉਹਦੀ ਐਨਰਜੀ ਕੱਢਣੀ ਹੈ, ਉਹਦੀ ਰਿਫਲੈਕਸ਼ਨ ਕੋਐਫੀਸ਼ੀਐਂਟ ਕੱਢਣਾ ਵੀ ਕਿੰਨੀ ਰਿਫਲੈਕਟ ਹੁੰਦੀ ਹੈ, ਕਿੰਨੀ ਟਰਾਂਸਮਿਟ ਹੁੰਦੀ ਹੈ, ਉਹ ਚੀਜ਼ਾਂ ਬਾਰੇ ਆਪਾਂ ਗੱਲ ਕਰਾਂਗੇ, ਠੀਕ ਹੈ। ਦੇਖੋ ਸਪੋਜ਼ ਕਰ ਲਓ ਮੈਂ ਤੁਹਾਨੂੰ, ਦੇਖੋ ਥਿਊਰੀ ਮੈਂ ਕਿਹਾ ਵੀ ਪੜ੍ਹਨ ਦੀ ਲੋੜ ਨਹੀਂ ਹੁੰਦੀ। ਥਿਊਰੀ ਦੇ ਵਿੱਚ ਜੋ ਤੁਹਾਨੂੰ ਮੈਂ ਬੋਲ ਰਿਹਾ ਉਹੀ ਚੀਜ਼ਾਂ ਲਿਖੀਆਂ ਹੁੰਦੀਆਂ, ਆਪਣੇ ਕੋਲੋਂ ਬਣਾ ਕੇ ਲਿਖੀਆਂ ਹੁੰਦੀਆਂ, ਕੋਈ ਚੀਜ਼ MR ਨਹੀਂ ਹੁੰਦਾ ਹੈਗਾ, ਸਿੰਪਲ ਇੱਕ ਇੰਗਲਿਸ਼ ਹੁੰਦੀ ਹੈ। ਜੋ ਤੁਸੀਂ ਡਾਇਗਰਾਮ ਦੇ ਵਿੱਚ ਲੱਤੀਆਂ ਨੇ ਉਹੀ ਚੀਜ਼ਾਂ ਤੁਸੀਂ ਲਿਖਣੀਆਂ ਹੁੰਦੀਆਂ ਨੇ ਵੀ ਅਸੀਂ ਆਹ ਚੀਜ਼ ਆਹ ਵਾ, ਆਹ ਚੀਜ਼ ਆਹ ਵਾ। ਹੁਣ ਜਿਵੇਂ ਇਹਨੇ ਡਾਇਗਰਾਮ 'ਚ ਦੇਖੋ ਆਪਾਂ ਕੀ ਲਿੱਤਾ ਵਾ, ਆਹ ਆਪਣੇ ਕੋਲ ਇੱਕ ਬਾਉਂਡਰੀ ਹੈ, ਇਹ ਪੁਆਇੰਟ ਹੈਗਾ x=0 'ਤੇ। ਇੱਧਰਲੇ ਪਾਸੇ ਮੀਡੀਅਮ ਹੋਰ ਆ, ਇੱਧਰਲੇ ਪਾਸੇ ਆਪਾਂ ਇਹ ਨਹੀਂ ਗੱਲ ਕੀਤੀ ਹੈ ਕਿ ਡੈਂਸਰ ਮੀਡੀਅਮ ਜਾਂ ਮੀਡੀਅਮ ਹੈ, ਇੱਕ ਮੀਡੀਅਮ ਹੈ A ਹੈ 1, ਆਹ ਮੀਡੀਅਮ 2 ਹੈ। ਇੱਥੇ ਇੱਕ ਵੇਵ ਇਸ ਤਰ੍ਹਾਂ ਇੰਸੀਡੈਂਟ ਹੋ ਰਹੀ ਹੈ, ਆਹ ਇੰਸੀਡੈਂਟ ਹੋ ਗਈ। ਹੁਣ ਇਹ 'ਚ ਪਾਸਲੀ ਟਰਾਂਸਮਿਟ ਵੀ ਹੋ ਗਈ, ਰਿਫਲੈਕਟ ਹੋ ਗਈ ਆਹ, ਅਤੇ ਪਾਸਲੀ ਟਰਾਂਸਮਿਟ ਹੋ ਗਈ। ਇੱਕ ਟਰਾਂਸਮਿਸ਼ਨ ਹੋਈ ਹੈ, ਇੱਕ ਰਿਫਲੈਕਸ਼ਨ ਹੋਈ ਹੈ। ਆਪਾਂ ਇਹਦਾ ਵੱਲ ਜਿਹੜਾ ਇੰਪੀਡੈਂਸ ਆ Z1 ਆ, ਪ੍ਰੋਪਗੇਟ ਕਾਂਸਟੈਂਟ K1 ਹੋ ਜਾਊਗਾ। ਇਹਦਾ ਇੰਪੀਡੈਂਸ ਇਹ ਚੀਜ਼ਾਂ ਥਿਊਰੀ 'ਚ ਲਿਖਣੀਆਂ ਨੇ। ਜਿਹੜੇ ਦੂਸਰੇ ਮੀਡੀਅਮ ਦਾ ਇੰਪੀਡੈਂਸ ਕੀ ਹੈ Z2, ਪ੍ਰੋਪਗੇਟ ਕਾਂਸਟੈਂਟ K2 ਆ, ਇਹਦੀ ਡੈਂਸਿਟੀ ρ1 ਆ, ਇਹਦੀ ਡੈਂਸਿਟੀ ρ2 ਆ। ਆਹ ਟੈਂਸ਼ਨ ਡੀ ਹੈ ਦੋਨਾਂ ਸਾਈਡ 'ਤੇ, ਠੀਕ ਹੈ ਜੀ। ਇਹ ਚੀਜ਼ ਲਿਖ ਲਈ, ਇਹਨੂੰ ਆਪਾਂ ਨਾਮ ਲਿਖ ਲਿਆ A, ਇਹਨੂੰ ਪੁਆਇੰਟ ਲੈ ਲਿਆ B, ਇਹਨੂੰ ਪੁਆਇੰਟ ਲੈ ਲਿਆ C। ਜਿਹੜਾ A ਤੋਂ C ਹੈ ਇਹ ਵੇਵ ਆ, A ਤੋਂ B, B ਤੋਂ A ਜਿਹੜੀ ਆਉਂਦੀ ਆ ਉਹ ਰਿਫਲੈਕਟ ਹੋ ਗਈ, ਜਿਹੜੀ B ਤੋਂ C ਚਲੀ ਗਈ ਉਹ ਟਰਾਂਸਮਿਟ ਹੋ ਗਈ, ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਆਪਾਂ ਸਾਰਿਆਂ ਨਾਲੋਂ ਵੱਡੀ ਗੱਲ ਕੀ ਹੁੰਦੀ ਹੈ ਵੀ ਇਹਨਾਂ ਦੀ ਐਕਸਪ੍ਰੈਸ਼ਨ ਲਿਖਣੇ ਜ਼ਰੂਰੀ ਨੇ ਜਿਹੜੇ ਆਪਾਂ ਸੋਲਿਊਸ਼ਨ ਕਰਨੇ ਨੇ। ਦੇਖੋ ਪਹਿਲਾਂ ਐਕਸਪ੍ਰੈਸ਼ਨ ਕੀ ਹੈ, ਆਹ ਵਾਲਾ y ਆਪਾਂ ਨੂੰ ਪਤਾ ਹੀ ਹੈ, ਇਹ ਤੁਹਾਨੂੰ ਐਕਸਪ੍ਰੈਸ਼ਨ ਤੁਹਾਨੂੰ ਯਾਦ ਰੱਖਣਾ ਪੈਣਾ। ਇਹ ਪਹਿਲਾਂ ਆਪਾਂ ਲਿਖਿਆ ਹੈ y=A e⁻ K1/x। ਹੁਣ ਇਹ 'ਚ ਦੇਖੋ ਪ੍ਰੋਬਲਮ ਕਿੱਥੇ ਆਉਂਦੀ ਹੈ ਵੀ ਆਪਾਂ ਸਾਰੇ ਜਿਹੜੀਆਂ ਵੇਵਜ਼ ਨੇ ਉਹਨਾਂ ਨੂੰ ਲਿਖਣਾ ਹੈ, ਕਿਉਂਕਿ ਇਹ 'ਚ ਦੇਖੋ ਇੱਕ ਰੇ ਇੰਸੀਡੈਂਟ ਕੀਤੀ, ਇੱਕ ਰਿਫਲੈਕਟ ਹੋਈ, ਇੱਕ ਟਰਾਂਸਮਿਟ ਹੋਈ। ਹੁਣ ਇੰਸੀਡੈਂਟ ਰੇ ਦਾ ਲਿਖਣਾ, ਇੰਸੀਡੈਂਟ ਰੇ ਦਾ ਆ ਜਾਊਗਾ YI ਲਿਖਤਾ, YI ਦਾ ਮਤਲਬ ਇੰਸੀਡੈਂਟ ਰੇ AI ਦਾ ਮਤਲਬ ਐਂਪਲੀਟਿਊਡ ਆਫ ਇੰਸੀਡੈਂਟ ਰੇ, ਠੀਕ ਹੈ। e⁻T-K1/x। ਦੇਖੋ ਆਪਾਂ ਸਿੰਪਲ ਐਕਸਪ੍ਰੈਸ਼ਨ ਜਿਹੜਾ ਇਹੀ ਹੁੰਦਾ YA e⁻T⁻x, ਠੀਕ ਹੈ। ਹੁਣ K ਦੀ ਜਗ੍ਹਾ 'ਤੇ K1 ਆ ਜਾਊ, ਕਿਉਂਕਿ ਆਹ ਮੀਡੀਅਮ ਦੇ ਵਿੱਚ ਹੈ। X ਦੀ ਜਗ੍ਹਾ 'ਤੇ X ਆ ਗਿਆ, AI ਦੀ ਜਗ੍ਹਾ ਇੱਧਰਲਾ ਜਿਹੜੀ A ਇੰਸੀਡੈਂਟ ਰੇ ਹੈ ਉਹਦਾ ਐਂਪਲੀਟਿਊਡ AI ਹੈ, ਜਿਹੜੀ ਰਿਫਲੈਕਟ ਹੋ ਗਈ ਉਹਦਾ ਐਂਪਲੀਟਿਊਡ AR ਆ, ਜਿਹੜੀ ਟਰਾਂਸਮਿਟ ਹੋ ਗਈ ਉਹਦਾ ਐਂਪਲੀਟਿਊਡ AT ਹੈ, ਠੀਕ ਹੈ। ਇਹ ਚੀਜ਼ ਯਾਦ ਰੱਖ ਲੈਣੀ ਹੈ। ਹੁਣ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ
ਆਪਾਂ B ਦਾ ਲਿਖਣਾ। ਦੇਖੋ ਇੱਕ ਰੇ ਦਾ ਲਿਖ ਲਿਆ ਆਪਾਂ ਇੰਸੀਡੈਂਟ ਦਾ। ਹੁਣ ਆਪਾਂ ਰਿਫਲੈਕਟਰ ਦਾ ਲਿਖਣਾ। ਰਿਫਲੈਕਟਰ ਵਾਈ ਆਰ ਇਜ਼ ਇਕੁਅਲ ਟੂ ਏ ਆਰ, ਠੀਕ ਹੈ, ਐਂਪਲੀਟਿਊਡ ਆਫ ਰਿਫਲੈਕਟਡ ਰੇ ਈ ਰਿਸਪਰ ਮੇਗਾ ਟੀ K1 ਇੰਟੂ ਐਕਸ। ਕਿਉਂਕਿ ਦੇਖੋ ਮੀਡੀਅਮ ਸੇਮ ਹੈ, ਕਿਉਂਕਿ ਰਿਫਲੈਕਟਡ ਹੀ ਹੋਈ ਹੈ ਇਸੇ ਮੀਡੀਅਮ 'ਚ ਹੋਈ ਹੈ, ਇਸ ਕਰਕੇ K1 ਆ ਜੂ। ਪਰ ਇੱਕ ਪ੍ਰੋਬਲਮ ਇੱਥੇ ਪੈਣੀ ਹੈ, ਇੱਥੇ ਐਕਸ ਦੀ ਵੈਲਿਊ ਹੁਣ ਨੈਗੇਟਿਵ ਆਣੀ ਹੈ ਕਿਉਂਕਿ ਇੱਧਰ ਨੂੰ ਜਾ ਰਹੀ ਹੈ ਵੇਵ। ਪਹਿਲਾਂ ਐਕਸ ਦੀ ਵੈਲਿਊ ਪੋਜ਼ਿਟਿਵ ਸੀ, ਹੁਣ ਐਕਸ ਦੀ ਵੈਲਿਊ ਪਹਿਲਾਂ ਕਿਉਂਕਿ ਵੇਵ ਜਾ ਰਹੀ ਸੀ ਇੱਧਰ ਨੂੰ, ਇੰਸੀਡੈਂਟ ਵੇਵ ਇੱਧਰ ਨੂੰ ਕਰ ਜੀ, ਜਿਹੜੀ ਰਿਫਲੈਕਟਡ ਵੇਵ ਹੈ ਉਹ ਇੱਧਰ ਨੂੰ ਜਾ ਰਹੀ ਹੈ। ਜਦੋਂ ਮੈਨ ਐਕਸ ਦੀ ਜਗ੍ਹਾ 'ਤੇ ਆਪਾਂ ਮਾਈਨਸ ਐਕਸ ਲਿਖ ਦਾਂਗੇ ਤਾਂ ਆਪਣੇ ਕੋਲ ਆ ਜਾਊਗਾ ਦਸ਼ਮਲਵ ਪਲੱਸ ਬਣ ਜਾਊਗਾ ਇੱਥੇ। ਇਹ ਚੀਜ਼ ਦਾ ਧਿਆਨ ਰੱਖਣਾ ਬਸ, ਠੀਕ ਹੈ। ਹੁਣ ਤੀਜਾ ਪੁਆਇੰਟ ਆਪਾਂ ਟਰਾਂਸਮਿਟਰ ਰੇ ਦੀ। ਟਰਾਂਸਮਿਟਰ ਰੇ ਜਿਹੜੀ ਆ ਉਹ ਇੱਧਰ ਨੂੰ ਜਾ ਰਹੀ ਹੈ ਪੋਜ਼ਿਟਿਵ ਐਕਸ ਕਿੰਨੀ। ਹੁਣ ਉੱਥੇ ਕੀ ਆ ਜਾਊਗਾ ਏ ਵਾਈ ਟੀ ਇਜ਼ ਇਕੁਅਲ ਟੂ ਏ ਟੀ ਈ ਰਿਸਪਰ ਯੂਟਾ ਮੇਗਾ ਟੀ ਮਾਈਨਸ K2 ਇੰਟੂ ਐਕਸ। ਹੁਣ ਇੱਥੇ ਕਾਂਸਟੈਂਟ ਕਿੰਨਾ K2। ਹੁਣ K1 ਨਹੀਂ ਲੱਗਣਾ ਕਿਉਂਕਿ ਇਸ ਮੀਡੀਅਮ ਦੇ ਵਿੱਚ ਹੈ। ਜਿਹੜੀ ਟਰਾਂਸਮਿਟਰ ਰੇ ਆ ਉਹ ਇਸ ਮੀਡੀਅਮ ਵਿੱਚ ਹੈ, ਜਿਹੜੀ ਰਿਫਲੈਕਟਡ ਤੇ ਇੰਸੀਡੈਂਟ ਰੇ ਨੇ ਉਹ ਇਹ ਮੀਡੀਅਮ 'ਚ, ਠੀਕ ਹੈ। ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਹੁਣ ਇਹ 'ਚ ਦੋ ਚੀਜ਼ਾਂ ਜਿਹੜੇ ਆਰਟੀਕਲਸ ਨੇ, ਇਹ 'ਚ ਦੋ ਆਰਟੀਕਲ ਇੰਪੋਰਟੈਂਟ ਨੇ। ਦੋਨਾਂ ਦੇ ਵਿੱਚ ਆਪਾਂ ਦੋ ਚੀਜ਼ਾਂ ਜ਼ਰੂਰ ਯਾਦ ਰੱਖਣਾ ਵਾ, ਫਾਰਮੂਲਾ ਸਾਰੇ ਸੇਮ ਹੀ ਲੱਗਣਾ। ਇੱਕ ਤਾਂ ਪਹਿਲੇ ਨੰਬਰ 'ਤੇ ਇਹ ਹੈ ਵੀ ਜਿਹੜੀ ਇਹਦੇ 'ਤੇ ਜਿਹੜੀ ਬਾਉਂਡਰੀ ਹੈ, ਬਾਉਂਡਰੀ ਕਿਹੜੀ ਹੈ, ਆਹ ਵਾਲੀ, ਆਹ ਜਿਹੜੀ ਬਾਉਂਡਰੀ ਹੈ ਸੈਂਟਰ ਵਾਲੀ, ਠੀਕ ਹੈ। ਇਹਦੇ 'ਤੇ ਇੱਕ ਤਾਂ ਜਿਹੜੀ ਡਿਸਪਲੇਸਮੈਂਟ ਆ ਉਹ ਕੰਟੀਨਿਊ ਹੋਊਗੀ। ਦੂਸਰਾ ਇਹਦੇ ਵਿੱਚ ਜਿਹੜੀ ਟਰਾਂਸਫਰਸ ਫੋਰਸ ਆ ਜਾਂ ਟੈਂਸ਼ਨ ਆ ਉਹ ਵੀ ਕੰਟੀਨਿਊ ਹੋਊਗੀ। ਇਹ ਦੋ ਕੰਡੀਸ਼ਨਾਂ ਆਉਣੀਆਂ ਬਾਉਂਡਰੀ ਕੰਡੀਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ। ਹੁਣ ਡਿਸਪਲੇਸਮੈਂਟ ਮਸਟ ਵੀ ਕੰਟੀਨਿਊਡ ਐਟ ਦਾ ਜੰਕਸ਼ਨ। ਜੰਕਸ਼ਨ ਕਿਹੜਾ ਜਿਹੜਾ ਬਾਉਂਡਰੀ ਹੈ, ਠੀਕ ਹੈ। ਉੱਥੇ ਜੇ ਕੰਟੀਨਿਊਟੀ ਹੋ ਗਈ ਇਹਦਾ ਮਤਲਬ ਦੇਖੋ ਇੱਧਰਲੇ ਪਾਸੇ ਦੋ ਰੇਜ਼ ਨੇ, ਇੱਕ ਇੰਸੀਡੈਂਟ ਰੇ ਇੱਕ ਰਿਫਲੈਕਟਡ ਰੇ, ਇੱਧਰ ਇੱਕ ਆ ਤਾਂ ਇਹਦਾ ਮਤਲਬ ਜਿੰਨਾ ਫੋਰਸ ਇੱਧਰ ਨੂੰ ਲੱਗਦੀ ਉਨੀ ਇੱਧਰ ਲੱਗਣੀ। ਇਹਦਾ ਮਤਲਬ ਵਾਈ ਆਈ ਪਲੱਸ ਵਾਈ ਆਰ ਇਕੁਅਲ ਟੂ ਵਾਈ ਟੀ ਦੇ ਬਰਾਬਰ ਹੋਣਾ ਚਾਹੀਦਾ, ਦੇਖ ਲਓ, ਠੀਕ ਹੈ। ਚਾਹੇ ਇਹ ਲਾ ਲਓ ਜਾਂ ਫਿਰ ਇਹ ਲਿਖ ਸਕਦੇ ਹਾਂ ਵੀ ਜਿਹੜੀ ਸੇਮ ਡਾਇਰੈਕਸ਼ਨ ਜਿਹਨਾਂ ਨੂੰ ਇੱਕ ਪਾਸੇ ਲਿਖ ਲਓ, ਜਿਹੜੀ ਦੂਸਰੇ ਨੇ ਦੇਖੋ ਵਾਈ ਆਈ ਇਜ਼ ਇਕੁਅਲ ਟੂ ਕਿਹਦੇ ਬਰਾਬਰ ਆ ਜਾਊਗਾ ਵਾਈ ਟੀ ਮਾਈਨਸ ਵਾਈ ਆਰ, ਠੀਕ ਹੈ। ਦੋਨੇ ਫਾਰਮੂਲੇ ਨੇ ਦੇਖੋ ਕਿਵੇਂ, ਦੇਖੋ ਮੈਂ ਤੁਹਾਨੂੰ ਲਿਖ ਕੇ ਦਿਖਾਉਣਾ। ਜਾਂ ਤਾਂ ਆਪਾਂ ਲਿਖ ਸਕਦੇ ਹਾਂ ਵਾਈ ਜਿਹੜੀ ਆਈ ਹੈ, ਠੀਕ ਹੈ ਜੀ, ਉਹ ਜਿਹੜੀ ਵਾਈ ਇੰਸੀਡੈਂਟ ਰੇ ਜਿਹੜੀ ਆਪਾਂ ਇੰਸੀਡੈਂਟ ਕੀਤੀ ਹੈ, ਠੀਕ ਹੈ, ਉਹ ਦੋ ਚੀਜ਼ਾਂ ਦੇ ਵਿੱਚ ਵੰਡੇਗੀ। ਕਿਹੜੇ ਕਿਹੜੇ 'ਚ, ਇੱਕ ਵਾਈ ਆਰ ਦੇ ਵਿੱਚ ਇੱਕ ਤੇ ਵਾਈ ਟੀ ਦੇ ਵਿੱਚ, ਇੱਕ ਟਰਾਂਸਮਿਟ ਹੋਊਗੀ ਇੱਕ ਰਿਫਲੈਕਟ ਹੋਊਗੀ। ਕਿਉਂਕਿ ਵਾਈ ਇੰਸੀਡੈਂਟ ਕੀਤੀ ਸੀ ਆਪਣੇ, ਉਹ ਦੋ ਚੀਜ਼ਾਂ 'ਚ ਵੰਡੇਗੀ ਇੱਕ ਰਿਫਲੈਕਟ। ਪਰ ਜਿਹੜੀ ਆਹ ਵਾਈ ਹੈ ਆਊਟਰ ਡਾਇਰੈਕਸ਼ਨ 'ਚ, ਇਹਨੂੰ ਆਪਾਂ ਇੱਦਾਂ ਲਿਖਤਾ ਵਾਈ ਆਰ ਨੂੰ, ਠੀਕ ਹੈ। ਇਹਨੂੰ ਆਪਾਂ ਉੱਧਰ ਜਾ ਕੇ ਕਰ ਦਾਂਗੇ ਪਲੱਸ ਵਾਈ ਆਈ ਪਲੱਸ ਵਾਈ ਆਰ ਇਜ਼ ਇਕੁਅਲ ਟੂ ਵਾਈ ਟੀ। ਦੇਖੋ ਸੇਮ ਚੀਜ਼ ਬਣਨੀ ਚਾਹੀਦਾ, ਇਹ ਫਾਰਮੂਲਾ ਲਓ ਚਾਹੇ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਮੈਂ ਉਹ, ਠੀਕ ਹੈ, ਇੱਕੋ ਗੱਲ, ਲੌਜਿਕ ਸੇਮ ਹੀ ਆ। ਦੇਖੋ ਸੇਮ ਉਹੀ ਚੀਜ਼ ਬਣ ਜਾਣੀ। ਯਾਦ ਰੱਖਣ ਦਾ ਤਰੀਕਾ ਜੀ, ਠੀਕ ਹੈ। ਇੱਕ ਤਾਂ ਤੁਹਾਨੂੰ ਦੱਸਿਆ ਸੀ ਵੀ ਜਿਹੜੀ ਬਾਉਂਡਰੀ ਕੰਡੀਸ਼ਨ ਜਿਹੜੀ ਇੱਧਰ ਵਾਲੀ ਰੇਂਜ ਇੱਧਰ ਲਿਖ ਲਓ, ਉੱਧਰ ਨਹੀਂ ਉੱਧਰ ਲਿਖ ਲਓ, ਬਰਾਬਰ ਲਿਖ ਲਓ। ਜਾਂ ਫਿਰ ਆਹ ਫਾਰਮੂਲਾ ਲਾਓ ਜਿਹੜੀ ਇੰਸੀਡੈਂਟ ਰਹੀ ਹੈ ਦੋ ਚੀਜ਼ਾਂ ਵੰਡੀ, ਠੀਕ ਹੈ, ਉੱਥੋਂ ਆਪਾਂ ਫਾਰਮੂਲਾ ਲਿਖੋ। ਹੁਣ ਇਹ 'ਚ ਵਾਈ ਆਈ ਤੇ ਵਾਈ ਟੀ ਦੀ ਵੈਲਿਊ ਪੁੱਟ ਕਰ ਦਿਓ ਸਾਰਿਆਂ ਦੀ, ਠੀਕ ਹੈ, ਜਿਹੜੀ ਆਪਾਂ ਕੱਢੀਆਂ ਹੋਈਆਂ ਨੇ, ਠੀਕ ਹੈ। ਉੱਥੇ ਐਕਸ ਇਕੁਅਲ ਟੂ 0 ਪੁੱਟ ਕਰਨਾ ਕਿਉਂਕਿ ਐਟ ਦਾ ਜੰਕਸ਼ਨ ਹੈ ਕਿ ਇੱਥੇ ਐਕਸ ਦੀ ਵੈਲਿਊ ਕਿੰਨੀ ਹੈ 0। ਆਹ ਦੇਖੋ ਆਹ ਪੁਆਇੰਟ 'ਤੇ ਐਕਸ ਦੀ ਵੈਲਿਊ ਕਿੰਨੀ 0, ਤਾਂ ਆਪਾਂ ਐਕਸ ਇਕੁਅਲ ਟੂ 0 ਪੁੱਟ ਕਰ ਦਿਓ। ਤਾਂ ਆਪਣੇ ਕੋਲ ਇੱਥੇ ਐਕਸ ਦੀ ਵੈਲਿਊ ਪੁੱਟ ਕਰਨਾ ਈ ਰੇਸ ਪਾਵਰ ਯੋਟਾ ਮੇਗਾ ਟੀ, ਈ ਰੇਸ ਪਾਵਰ ਯੋਟਾ ਮੇਗਾ ਟੀ, ਆਹ ਤਾਂ 0 ਹੀ ਹੋ ਗਿਆ, ਠੀਕ ਹੈ। ਆਹ ਮੇਗਾ ਟੀ ਆਹ ਕੱਟੇਗਾ ਤਾਂ ਆਪਣੇ ਕੋਲ ਏ ਆਈ ਪਲੱਸ ਏ ਆਰ ਇਕੁਅਲ ਟੂ ਏ ਟੀ ਦੇ ਬਰਾਬਰ ਆ ਗਿਆ। ਹੁਣ ਦੂਜੀ ਟਰਾਂਸਫਰਸ ਫੋਰਸ ਆ ਜਿਹੜੀ ਆਪਣੀ ਟੈਂਸ਼ਨ ਆ ਉਹ ਵੀ ਕੰਟੀਨਿਊਟੀ ਹੈ, ਠੀਕ ਹੈ। ਤਾਂ ਟਰਾਂਸਫਰ ਸਕੋਰ ਕੀ ਹੁੰਦੇ ਕਰ ਲਈ ਟੀ ਇੰਟੂ ਕਰ ਲਈ ਵਾਈ ਪਾਉਣ ਕਰ ਲਈ ਐਕਸ। ਤਾਂ ਆਪਾਂ ਹੁਣ ਕੀ ਕਹਿੰਦੇ ਇਹਨੂੰ ਆਪਾਂ ਡਾਇਲੂਟ ਕਰ ਦੇਣਾ ਆਈ ਸੇਮ ਚੀਜ਼, ਟੀ ਨਾਲ ਮਲਟੀਪਲਾਈ ਕਰ ਲਈ ਪਾਉਣ ਕਰ ਲਈ ਐਕਸ ਇੰਟੂ ਵਾਈ ਆਈ ਪਲੱਸ ਵਾਈ ਆਰ ਇਕੁਅਲ ਟੂ ਟੀ ਕਰ ਲਈ ਟੀ ਪਾਉਣ ਕਰ ਲਈ ਐਕਸ। ਹੁਣ ਇਹਨਾਂ ਦੀ ਵੈਲਿਊ ਪੁੱਟ ਕਰ ਦਿੰਦੇ ਵਾਈ ਆਈ ਤੇ ਵਾਈ ਟੀ ਉਹਨੂੰ ਡੈਰੀਵੇਟ ਕਰ ਦੇਣਾ। ਡੈਰੀਵੇਟ ਕਰਕੇ ਆਪਾਂ ਨੇ ਉਹਨਾਂ ਨੂੰ ਸੋਲਵ ਕਰ ਲੈਣਾ ਐਟ ਕਿਹੜੇ ਪੁਆਇੰਟ 'ਤੇ ਐਕਸ ਇਕੁਅਲ ਟੂ 0 'ਤੇ। ਦੇਖੋ ਆਪਾਂ ਡੈਰੀਵੇਟ ਕਰਤਾ, ਇਹ ਡੈਰੀਵੇਟ ਕਰਨਾ ਸਿੱਖ ਲਿਓ ਥੋੜ੍ਹੀ ਜਿਹੀ ਆਪਣਾ ਧਿਆਨ ਨਾਲ ਕਰਨਾ ਪੈਣਾ ਤੁਹਾਨੂੰ, ਠੀਕ ਹੈ। ਤੁਹਾਨੂੰ ਦੱਸਿਆ ਪਹਿਲਾਂ ਵੀ ਦੱਸਿਆ ਕਿਉਂਕਿ ਮੈਂ ਹੁਣ ਇੱਥੇ ਲਿਖ ਨਹੀਂ ਸਕਦੇ ਆਪਾਂ, ਠੀਕ ਨੇ, ਤੁਹਾਨੂੰ ਲਿਖ ਕੇ ਕਰਵਾ ਦਿੰਦੇ। ਅਤੇ ਇਹਨੂੰ ਆਪਾਂ ਡੈਰੀਵੇਟ ਕਰ ਲੈਣਾ ਵਿਦ ਰਿਸਪੈਕਟ ਟੂ ਟੀ ਵਿਦ ਰਿਸਪੈਕਟ ਟੀ ਵਿਦ ਐਕਸ, ਠੀਕ ਹੈ। ਹੁਣ ਆਪਾਂ ਐਕਸ ਇਕੁਅਲ 0 ਪੁੱਟ ਕਰ ਦੇਣਾ, ਐਕਸ ਇਕੁਅਲ 0 ਪੁੱਟ ਕਰ ਦਾਂਗੇ ਤਾਂ ਆਪਣੇ ਕੋਲ ਟੀ ਈ ਰੇਸ ਪਾਵਰ ਯੋਟਾ ਮੇਗਾ ਟੀ ਕੈਂਸਲ ਹੋ ਜਾਊਗਾ। ਤਾਂ ਆਪਣੇ ਕੋਲ ਇੱਧਰ ਆ ਜਾਊਗਾ K1 ਕਾਮਨ ਕੱਢ ਲਿਆ, ਵਿੱਚ ਏ ਆਈ ਮੀਨਸ ਏ ਆਰ ਰਹਿ ਗਿਆ, ਇੱਧਰ K2 ਹੋ ਗਿਆ। ਏ ਆਈ ਮੀਨਸ ਏ ਆਰ ਦੀ ਵੈਲਿਊ K2 K1 ਤੇ ਹੋਣਾ। ਹੁਣ K1 ਦੀ ਵੈਲਿਊ ਕਿੰਨੀ ਹੁੰਦੀ ਹੈ
2 पाई अपॉन लैम्डा 1, ठीक है। वो वैल्यू पुट करते इज इक्वल टू 2 पाई न्यू अपॉन वी अपॉन लैम्डा की वैल्यू, ठीक है। वी ने न्यू ना मल्टीप्लाई करता, न्यू ना ही डिवाइड करता, तो न्यू इंटू लैम्डा 1 C1 आ गया, 2 पाई न्यू कितना आ गया मेगा। ਹੁਣ C1 ਦੀ ਵੈਲਿਊ ਆਪਾਂ ਨੂੰ ਪਤਾ ਜਿਹੜੀ T upon Z1, Z1 ਕੀ ਇੰਪੀਡੈਂਸ ਆਫ ਸਟ੍ਰਿੰਗ, ਤਾਂ K1 ਦੀ ਵੈਲਿਊ ਆ ਜਾਊਗੀ ਇੱਥੇ C1 ਦੀ ਵੈਲਿਊ ਪੁੱਟ ਕਰਤੀ Z1 upon T1, ਇਹਦੀ K2 ਦੀ ਵੈਲਿਊ ਆ ਜਾਊਗੀ ਓਮੇਗਾ upon T ਸੇਮ Z2 ਆ ਜਾਊਗਾ ਬਸ। K1 upon K2 ਦੀ ਵੈਲਿਊ ਕੱਢ ਲੈਣੀ ਹੈ, ਤਾਂ ਆਹ ਸਾਡੀ ਕੱਟੀ ਗਈ ਹੈ, ਤਾਂ ਆਪਾਂ K1 K2 ਦੀ ਵੈਲਿਊ ਇੱਥੇ ਪੁੱਟ ਕਰ ਦੇਣੀ ਹੈ ਉੱਪਰ ਆਹ ਵਾਲੀ ਚੀਜ਼ 'ਤੇ। ਇਹ ਜਦੋਂ ਵੈਲਿਊ ਪੁੱਟ ਕਰਤੀ ਤਾਂ ਆਪਣੇ ਕੋਲ ਆ ਜਾਊਗਾ AI ਮੀਨਸ AR ਇਕੁਅਲ ਟੂ ਦਿਸ ਵਨ। ਹੁਣ ਦੇਖੋ ਇੱਕ ਆਪਾਂ ਪਹਿਲਾਂ ਕੱਢਿਆ AI ਪਲੱਸ AR ਇਕੁਅਲ ਟੂ AT, ਇੱਕ AI ਮੀਨਸ AR ਇਕੁਅਲ ਟੂ ਜਿਵੇਂ ਪਿਛਲੇ ਆਪਾਂ ਜਿਹੜਾ ਪਹਿਲਾਂ ਕੱਢਿਆ ਤੁਹਾਨੂੰ ਕਰਨਾ, ਇੱਕ ਤਾਂ ਇਹ ਇਕੁਏਸ਼ਨਸ ਆ ਗਈ, ਇੱਕ ਇਹ ਤੋਂ ਪਿਛਲੇ ਵਾਲੀ ਆ ਗਈ, ਇਹ ਆਪ ਹੀ ਹੈ AI ਮੀਨਸ AI ਪਲੱਸ AR ਇਕੁਅਲ ਟੂ AT। ਇਹਨਾਂ ਦੋਨਾਂ ਤੋਂ ਇਕੁਏਸ਼ਨ ਦੇ ਵਿੱਚ ਇੱਕ ਪਲੱਸ ਵਾਲੀ ਇੱਕ ਮਾਈਨਸ ਵਾਲੀ ਹੈ, ਦੋਨਾਂ ਦੇ ਵਿੱਚ ਇੱਕ ਵਾਰ ਆਪਾਂ ਇਹਨੂੰ ਐਡ ਕਰ ਦੇਣਾ, ਇੱਕ ਵਾਰ ਇਹਨਾਂ ਨੂੰ ਮਾਈਨਸ ਕਰ ਦੇਣਾ। ਜਦੋਂ ਸਬਟਰੈਕਟ ਕਰਾਂਗੇ ਤਾਂ ਆਪਣਾ ਸੌਰੀ ਜਦੋਂ ਮਾਈਨਸ ਕਰਾਂਗੇ, ਠੀਕ ਹੈ, ਜਾਂ ਪਲੱਸ ਕਰਾਂਗੇ ਤਾਂ ਆਪਣੇ ਕੋਲ ਜਦੋਂ ਪਲੱਸ ਕਰਾਂਗੇ ਤਾਂ ਆਪਣੇ ਕੋਲ AR ਵਾਲੀ AR ਕੱਟਿਆ ਜਾਊਗਾ, ਤਾਂ 2AI ਤਾਂ ਉਹਦੀ ਵੈਲਿਊ ਆਪਣੇ ਕੋਲ ਆ ਜੂਗੀ, ਠੀਕ ਹੈ। ਆਹ ਵਾਲੀ ਇੱਕ ਜਦ ਤੁਸੀਂ 10ਵੀਂ 'ਚ ਕਰ ਦਿੰਦੇ ਮੈਥ ਦੇ ਵਿੱਚ ਵੀ ਜੇ ਇੱਕ x ਪਲੱਸ 2y ਪਲੱਸ ਇਕੁਅਲ ਟੂ 3 ਹੈ, 3x ਪਲੱਸ 5y ਇਕੁਅਲ ਟੂ ਦਿਸ ਵਨ ਹੈ, ਤਾਂ ਦੋਨਾਂ ਦੇ ਵਿੱਚ ਆਪਾਂ x ਤੇ y ਦੀ ਵੈਲਿਊ ਕੱਢਣੀ ਹੈ। ਇੱਕ ਵਾਰ ਆਪਾਂ ਪਲੱਸ ਕਰ ਦਿੰਦੇ ਸੀ, ਇੱਕ ਵਾਰ ਆਪਾਂ ਐਡ ਕਰ ਦਿੰਦੇ ਸੀਗੇ, ਤਾਂ x ਤੇ y ਦੀ ਵੈਲਿਊ ਨਿਕਲ ਜਾਏ। ਉੱਦਾਂ ਹੀ ਆਪਾਂ ਇਹ ਦੋ ਚੀਜ਼ਾਂ ਨੇ, ਦੋ ਇਕੁਏਸ਼ਨਸ ਆ ਗਈਆਂ, ਦੋਨਾਂ ਨੂੰ ਇੱਕ ਵਾਰ ਆਪਾਂ ਐਡ ਕਰ ਦੇਣਾ, ਇੱਕ ਵਾਰ ਮਾਈਨਸ ਕਰ ਦੇਣਾ, ਤਾਂ ਆਪਣੇ ਕੋਲ ਇਕੁਏਸ਼ਨਸ ਆ ਗਈ। AI ਦੀ ਵੈਲਿਊ ਨਿਕਲ ਜਾਏਗੀ, ਇੱਕ ਵਾਰ AR ਦੀ ਵੈਲਿਊ ਨਿਕਲ ਜਾਊਗੀ। ਇਹ ਰਿਫਲੈਕਸ਼ਨ ਐਂਪਲੀਟਿਊਡ ਆ ਗਿਆ, इंसीडेंट एम्पलीट्यूड आ गया, ये रिफ्लैक्शन एम्पलीट्यूड आ गया, ठीक है। उस तो बाद आप इनू की करना, आप कटना रिफ्लैक्शन कोएफिशिएंट ऑफ एम्पलीट्यूड, ठीक है। रिफ्लैक्शन कोएफिशिएंट ऑफ एम्पलीट्यूड, ये चीज़ का ध्यान रखना भी पूछता की है, जे तो कला रिफ्लैक्शन एम्पलीट्यूड पूछता फिर तो आप इतने तक करना, रिफ्लैक्शन एम्पलीट्यूड या इंसीडेंट एम्पलीट्यूड पूछता या ट्रांसमिशन रिलेशन पूछता, ठीक है, फिर तो आप इतने तक करना। जो पूछता रिफ्लैक्शन कोएफिशिएंट ऑफ एम्पलीट्यूड करना, तो वो कि बराबर होंगे रेशो ऑफ द एम्पलीट्यूड रिफ्लैक्शन एम्पलीट्यूड इंसीडेंट एम्पलीट्यूड, जो रिफ्लैक्शन कोएफिशिएंट ऑफ एम्पलीट्यूड है रेशो ऑफ द रिफ्लैक्टेड एम्पलीट्यूड ऑफ द वेव टू द इंसीडेंट एम्पलीट्यूड ऑफ वेव, दोनों डिवाइड करना। ये कितों कटांगे, आप है अपने कोई इंसीडेंट, आप है रिफ्लैक्टेड, एनू ये डिवाइड कर लो, आ डिवाइड करता AT ने AT कट्टा गया, 1/2 ने 1/2 कट्टा गया, तो इनू आप सॉल्व कर लिया, Z1 एल्सियम लैके Z1 कट गया, Z1 प्लस Z2 आ गया, -2 आ गया, एक बार Z1 प्लस Z2 आ गया, तो अपने को रिलेशन आ जाऊगा। देखो जो मैं हूँ बोल के दसिया तेनों, हाँ जी, रिफ्लैक्शन कोएफिशिएंट ऑफ एम्पलीट्यूड आ जाऊगा Z1 माइनस Z2 दिस वन। अगे ट्रांसमिट कोएफिशिएंट ऑफ एम्पलीट्यूड आ जाएगा, ये कि बराबर होंगे रेशो द ट्रांसमिट वेव एम्पलीट्यूड टू द इंसीडेंट एम्पलीट्यूड। ये आप सीधे ही निकल जू, क्यों सीधा क्या थोड़ा आ देखो, ये थोड़ा पिछली बैक पेज पर जाना, आपको इतों ट्रांसमिट एम्पलीट्यूड टू द इंसीडेंट एम्पलीट्यूड आ रहे इतों ट्रांसमिट एम्पलीट्यूड अपने को इंसीडेंट एम्पलीट्यूड ये नीचे चल जाना, ठीक है, तो अपने को आ चीज़ बनी, ठीक है। इतों ही अपना ये निकल जूगा, इनू आप कहने ट्रांसमिट कोएफिशिएंट ऑफ एम्पलीट्यूड, ठीक है जी। उस तो बाद देखो हम देखो सेम फिर आर्टिकल आ गया, हम तुम कन्फ्यूज हो जाना, ये है रिफ्लैक्शन एंड ट्रांसमिट कोएफिशिएंट ऑफ एनर्जी, वो आप कटे रिफ्लैक्शन कोएफिशिएंट एंड ट्रांसमिशन कोएफिशिएंट एम्पलीट्यूड कोएफिशिएंट एम्पलीट्यूड का ट्रांसमिशन कोएफिशिएंट एम्पलीट्यूड, ठीक है। ये जो है वा रिफ्लैक्शन एंड ट्रांसमिशन कोएफिशिएंट ऑफ एनर्जी। हुण आपां नूं पता भी देखो आप डायग्राम बना ली, आ बाउंड्री कंडीशन बनाती, ਇਹਦਾ एम्पलीट्यूड देखो जो ये सारा कुछ लिखा है मैं तुम्हें इतने बोल देना, Z1 की इंपीडेंस हो गया, Z2 इंपीडेंस ਇਹਦਾ हो गया, C1 वेलोसिटी ਇਹਦੀ होगी, C2 वेलोसिटी ਇਹਦੀ होगी, ρ1 डेंसिटी ਇਹਦੀ होगी, ρ2 डेंसिटी ਇਹਦੀ होगी, ठीक है। इदां AI AR ते AT एम्पलीट्यूड हो गए इंसीडेंट रिफ्लैक्टर ट्रांसमिट वेव। हुण आपां नूं पता भी जिहड़ी आपां पिछले चैप्टर भी कढ़िया सी ते इस चैप्टर भी कढ़िया, जिहड़ी आई हुंदी है एनर्जी इंटेंसिटी हुंदी है, वो किहदे बराबर होंदी है 1/2 ओमेगा स्क्वायर AI दा स्क्वायर इनू जिहड़े पिछले आर्टिकल च आपां करके आए हैं पार्ट 1 दे विच, वो देख लिओ एक बार आर्टिकल, उत्थों एक्सप्रैशन याद रखना AI इज इक्वल टू 1/2 ओमेगा स्क्वायर AI दा स्क्वायर Z1, ये याद रखना पैना, ठीक है। इतनी AR की वैल्यू कढ़ लैनी है, AT की वैल्यू कढ़ लैनी है,
ਉਹ ਆਪਣੇ ਕੋਲ ਕੱਲਾ ਆਈ ਦਾ ਸੀਗਾ, ਆਈ ਇਜ਼ ਇਕੁਅਲ ਟੂ 1/2 ਓਮੇਗਾ ਸਕੁਅਰ A1 ਤੇ Z1, ਜਿਸ 'ਚ ਆਪਾਂ ਐਵਰੇਜ એનર્ਜੀ ਕੱਢੀ ਸੀ, ਪੋਟੈਂਸ਼ੀਅਲ એનર્ਜੀ ਕਿੰਨਾ એનર્ਜੀ ਟੋਟਲ ਕੱਢੀ, ਉਹ ਆਰਟੀਕਲ ਦੇ ਵਿੱਚ। ਉਹ ਤੋਂ ਆਪਾਂ AI ਬਣਾ ਲਿਆ, AI ਦੀ ਜਗ੍ਹਾ ਤੇ ਇੱਥੇ AI ਲਿਖਤਾ, AI ਲਿਖਤਾ, AI ਲਿਖਤਾ, ਇੱਥੇ Z1 ਆ ਗਿਆ, ਇੱਥੇ R ਬਣਾਤਾ, ਇੱਦਾਂ ਹੀ IT ਬਣਾਤਾ। ਕਿਵੇਂ ਬਣ ਜੂ, ਇੱਥੇ AT ਆ ਜੂ, Z2 ਆ ਜੂ, ਬਸ ਬਾਕੀ ਸਾਰਾ ਸੇਮ। ਹੁਣ ਆਪਾਂ ਇਹਨੂੰ ਸੋਲਵ ਕਰਾਂਗੇ। ਆਪਾਂ ਕੱਢਣਾ ਕੀ ਹੈ, ਰਿਫਲੈਕਸ਼ਨ ਐਂਡ ਟਰਾਂਸਮਿਸ਼ਨ ਕੋਐਫੀਸ਼ੀਐਂਟ ਆਫ એનર્ਜੀ ਕੱਢਣਾ। ਹੁਣ ਰਿਫਲੈਕਸ਼ਨ ਕੋਐਫੀਸ਼ੀਐਂਟ ਆਫ એનર્ਜੀ ਕਿਹਦੇ ਬਰਾਬਰ ਆ, ਰੇਸ਼ੀਓ ਆਫ ਦਾ ਰਿਫਲੈਕਟਡ ਇੰਟੈਂਸਿਟੀ ਟੂ ਦਾ ਇੰਸੀਡੈਂਟ ਇੰਟੈਂਸਿਟੀ। ਇਹਨਾਂ ਦੋਨਾਂ ਨੂੰ ਡਿਵਾਈਡ ਕਰ ਦਿਓ, ਜਿਹੜੀਆਂ ਆਪਾਂ ਹੁਣੇ ਕੱਢੀਆਂ ਨੇ। ਸੌਖਾ ਹੀ ਹੈ, ਇੰਨਾ ਕੋਈ ਔਖਾ ਨਹੀਂ। ਆ ਜਿਹੜੀ ਚੀਜ਼ਾਂ ਕੱਟੀ ਗਈਆਂ, ਠੀਕ ਹੈ, Z1 ਕੱਟ ਗਿਆ ਤਾਂ AR ਅਪੋਨ AI ਦਾ ਆ ਗਿਆ, ਸਕੇਅਰ ਆ ਗਿਆ। ਹੁਣ AR ਅਪੋਨ AI ਕੀ ਹੈ, ਰਿਫਲੈਕਸ਼ਨ ਕੋਐਫੀਸ਼ੀਐਂਟ RA, ਤਾਂ ਇਹਨੂੰ ਆਪਾਂ RA ਦਾ ਇਹ ਕੀ ਬਣ ਜੂਗਾ, ਸਕੇਅਰ। ਤਾਂ RA ਦੀ ਵੈਲਿਊ ਆ ਵਾ ਕੱਢੀ ਜਿਹੜੀ ਹੁਣ ਆਪਾਂ ਨੇ, ਇਹਦਾ ਸਕੇਅਰ ਬਣ ਜੂ। ਇਹਦੇ ਟਰਾਂਸਮਿਸ਼ਨ ਕੋਐਫੀਸ਼ੀਐਂਟ ਆਫ એનર્ਜੀ ਬਣ ਜੂ। ਉਹ ਕਿਹਦੇ ਬਰਾਬਰ ਹੁੰਦਾ, ਟਰਾਂਸਮਿਟਰ ਇੰਟੈਂਸਿਟੀ ਟੂ ਦਾ ਇੰਸੀਡੈਂਟ ਇੰਟੈਂਸਿਟੀ, ਦੋਨਾਂ ਨੂੰ ਡਿਵਾਈਡ ਕਰ ਦਿਓ। ਤਾਂ ਇਹ ਕੀ ਬਣ ਜੂਗਾ, AT ਅਪੋਨ AI ਦਾ ਸਕੇਅਰ ਇੰਟੂ ਨਾਲ Z2 ਅਪੋਨ Z1 ਆ ਜੂਗਾ। AT ਅਪੋਨ AI TA ਦੇ ਬਰਾਬਰ, ਇਹ ਆਪਾਂ ਕੱਢਿਆ ਹੈ ਹੁਣੀ ਪਿਛਲੇ ਆਰਟੀਕਲ ਦੇ ਵਿੱਚ, ਠੀਕ ਹੈ। ਇਹ ਵਾਲੀ ਪੁੱਟ ਕਰ ਦਿਓ ਇੱਥੇ, ਇਹਦਾ ਸਕੇਅਰ ਬਣ ਗਿਆ। ਹੁਣ ਇਹਨੂੰ ਜੇ ਸੋਲਵ ਕਰੋਗੇ ਤਾਂ ਆਪਣੇ ਕੋਲ ਆਹ ਚੀਜ਼ ਬਣ ਜੂਗੀ। ਹੁਣ ਇੱਕ ਦਾ ਧਿਆਨ ਰੱਖਣਾ, ਇਹ 'ਚ ਕਈ ਵਾਰ ਪ੍ਰੂਵ ਕਰਨਾ ਪੁੱਛ ਜਾਂਦੇ ਨੇ ਵੀ ਜਿਹੜੇ ਟਰਾਂਸਮਿਸ਼ਨ ਕੋਐਫੀਸ਼ੀਐਂਟ ਤੇ ਪਲੱਸ ਰਿਫਲੈਕਟਡ ਕੋਐਫੀਸ਼ੀਐਂਟ ਦੋਨਾਂ ਦਾ ਜਿਹੜਾ ਸਮ ਆ ਉਹ 1 ਹੋਣਾ ਚਾਹੀਦਾ। ਤਾਂ ਆਪਾਂ ਦੋਨੋਂ ਸਮ ਕਰ ਦਿਓ, ਆਹ ਲੈ ਲਓ, ਇੱਕ ਉੱਪਰ ਵਾਲਾ ਲੈ ਲਓ, ਇਹਨਾਂ ਦੋਨੋਂ ਪਲੱਸ ਕਰ ਦਿਓ ਤਾਂ ਆਪਣੇ ਕੋਲ ਆਨਸਰ 1 ਆ ਜਾਊਗਾ, ਠੀਕ ਹੈ। ਕੋਐਫੀਸ਼ੀਐਂਟ ਜਿਹੜਾ ਸਮ ਆ ਉਹ ਹਮੇਸ਼ਾ ਯੂਨਿਟੀ ਹੁੰਦਾ। ਅੱਗੇ ਹੁਣ ਤੀਸਰਾ ਆਰਟੀਕਲ ਫੇਰ ਆ ਗਿਆ, ਇਹ ਵੀ ਸੇਮ ਦੇਖੋ, ਰਿਫਲੈਕਸ਼ਨ ਟਰਾਂਸਮਿਸ਼ਨ ਕੋਐਫੀਸ਼ੀਐਂਟ ਐਟ ਦਾ ਫ੍ਰੀ ਐਂਡ ਫਿਕਸ ਐਂਡ। ਹੁਣ ਇਹਦੇ ਵਿੱਚ ਕੀ ਹੈ, ਰਿਫਲੈਕਸ਼ਨ ਤੇ ਟਰਾਂਸਮਿਸ਼ਨ ਕੋਐਫੀਸ਼ੀਐਂਟ ਕੱਢਣੇ ਨੇ ਤੇ એનર્ਜੀ ਵੀ ਕੱਢਣੀ ਹੈ, ਤਿੰਨੇ ਚੀਜ਼ਾਂ ਕੱਢਣੀਆਂ ਇਹ 'ਚ। ਪਰ ਕਿੱਥੇ ਕੱਢਣੀਆਂ ਨੇ, ਇੱਕ ਫ੍ਰੀ ਐਂਡ ਤੇ ਇੱਕ ਫਿਕਸ ਐਂਡ ਤੇ, ਠੀਕ ਹੈ। ਹੁਣ ਫ੍ਰੀ ਐਂਡ ਤੇ ਫਿਕਸ ਐਂਡ ਦਾ ਮਤਲਬ ਕੀ ਹੈ, ਜਿਹੜਾ ਫ੍ਰੀ ਐਂਡ ਆ ਉਹਦੇ ਵਿੱਚ Z2 ਦਾ ਜਿਹੜਾ ਇੰਪੀਡੈਂਸ ਉਹ 0 ਹੋਊਗਾ, ਠੀਕ ਹੈ। ਤੇ ਫਿਕਸ ਐਂਡ ਦਾ ਮਤਲਬ ਕੀ ਹੈ ਵੀ Z2 ਦਾ ਕੌਨਫੀਡੈਂਸ ਜਿਹੜਾ ਇੰਪੀਡੈਂਸ ਆ ਬਹੁਤ ਇਨਫਿਨਿਟੀ ਹੋਊਗਾ। ਉਹਨਾਂ ਨੇ ਵੀ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਆਪਾਂ, ਪਹਿਲਾਂ ਤੁਹਾਨੂੰ ਸਮਝਣਾ ਹੋਣਾ ਚਾਹੀਦਾ ਵੀ 0 ਦਾ ਕੀ ਮਤਲਬ ਆ, ਫਿਰ ਤੁਹਾਨੂੰ ਸੌਖਾ ਲੱਗੂ। ਮੰਨ ਲਓ ਇੱਕ ਵਸਤੂ ਉਰੇ ਕੋਈ ਆਬਜੈਕਟ ਪਾਣੀ ਹੈ, ਮੰਨ ਲਓ ਪਾਣੀ ਨਾਲ ਵਾਟਰ ਇੱਥੇ ਪਿਆ, ਇੱਥੇ ਇੰਨੀ ਉਚਾਈ ਹੈ, ਇੰਨਾ ਉੱਚਾ ਹੈ ਆਹ ਚੀਜ਼, ਇੱਥੇ ਪਾਣੀ ਪਿਆ, ਕੀ ਇਹ ਪਾਣੀ ਇੱਥੇ ਚੜ੍ਹ ਜੂ, ਨਹੀਂ, ਕਿਸੇ ਦੀ ਹੈਲਪ ਦੇ ਬਗੈਰ ਨਹੀਂ ਚੜ੍ਹ ਸਕਦਾ ਇਹ। ਇਹਦਾ ਮਤਲਬ Z2 ਦੀ ਵੈਲਿਊ ਕੀ ਹੋਗੀ, ਇੱਥੇ ਇਨਫਿਨਿਟੀ ਹੋ ਗਈ, ਜਾਂ 10 ਹੋਊਗੀ, 12 ਹੋਊਗੀ, ਜੇ ਜ਼ਿਆਦਾ ਉੱਚਾ ਫਿਰ ਇਨਫਿਨਿਟੀ ਹੋਊਗੀ, ਇੱਥੇ ਸਮਝ ਲਓ 10 ਹੋਊਗੀ, 10 ਸੈਂਟੀਮੀਟਰ ਜੋ ਵੀ ਹੋਗੀ, ਠੀਕ ਹੈ। ਇਹ ਕੀ ਹੋ ਗਿਆ, ਫਿਕਸ ਐਂਡ। ਹੁਣ ਫ੍ਰੀ ਐਂਡ ਕੀ ਹੈ, ਮੰਨ ਲਓ ਇੱਥੇ ਪਾਣੀ ਪਿਆ, ਠੀਕ ਹੈ। ਆ ਜਿਹੜਾ ਦੂਸਰਾ ਲੈਵਲ ਆ, ਦੂਸਰਾ ਮੀਡੀਅਮ ਆ, ਉਹ ਨੀਵਾਂ, ਤਾਂ ਪਾਣੀ ਇੱਥੇ ਪਿਆ, ਇੱਧਰ ਜਾ ਸਕਦਾ ਕਿ ਨਹੀਂ ਜਾ ਸਕਦਾ, ਆਪਣੇ ਆਪ ਵੀ ਜਾ ਜਾਣਾ, ਕਿਉਂਕਿ ਉਚਾਈ ਤੋਂ ਨੀਵੀਂ ਜਾਊਗਾ। ਇਹਦਾ ਮੈਂ Z2 ਦੀ ਵੈਲਿਊ ਕੀ ਹੋਊਗੀ, ਮਾਈਨਸ ਲਿਖ ਦਿਓ ਜਾਂ 0 ਲਿਖ ਦਿਓ ਵੀ ਨੀਚੇ ਹੈ ਇਹ ਫਿਰ। ਇਹ ਦੋ ਚੀਜ਼ਾਂ ਕਨਸੈਪਟ ਲੈ ਕੇ ਆਪਾਂ ਚੱਲਣਾ, ਠੀਕ ਹੈ। ਹੁਣ ਆਪਾਂ ਪਹਿਲੇ ਨੰਬਰ 'ਤੇ ਜਿਹੜਾ ਪਹਿਲਾ ਕਨਸੈਪਟ ਆ ਉਹ ਸ਼ੁਰੂ ਕਰਦੇ ਹਾਂ। Z2 ਦੀ ਵੈਲਿਊ ਕੀ ਹੈ, 0 ਫ੍ਰੀ ਐਂਡ 'ਤੇ। ਦੇਖੋ ਹੁਣ ਆਪਾਂ ਪਹਿਲੇ ਨੰਬਰ 'ਤੇ ਆਪਾਂ RA ਕੱਢਾਂਗੇ, Z1 ਮੈਨ Z2 ਅਪੋਨ Z1 ਪਲੱਸ Z2 ਇਕੁਅਲ ਟੂ Z1 ਅਪੋਨ Z2 ਆ ਜੂ। ਕਿਉਂ, ਕਿਉਂਕਿ ਆਪਾਂ ਇਹਨੂੰ ਕੀ ਕੀਤਾ, Z2 ਦੀ ਵੈਲਿਊ ਆਪਾਂ 0 ਪੁੱਟ ਕਰ ਦਿੱਤੀ, ਠੀਕ ਹੈ। Z2 ਦੀ ਵੈਲਿਊ ਹੁਣ ਦੇਖੋ ਇੱਥੇ ਗਲਤੀ ਹੈ ਥੋੜ੍ਹੀ ਜਿਹੀ, ਉਹ ਸਹੀ ਕਰ ਲਿਓ, ਇੱਥੇ Z1 ਕਿਉਂਕਿ ਇਹਦੇ Z2 ਦੀ ਵੈਲਿਊ ਜਿਹੜੀ ਕੀਤੀ ਆ 0 ਹੈ ਨਾ ਕਿ ਆ, ਠੀਕ ਹੈ, ਤਾਂ ਇਹਦੀ 1 ਆ ਗਈ। ਇਹਦੀ R ਯੂਜ਼ ਇਹ ਹੈ ਕੀ ਹੈ, ਰਿਫਲੈਕਸ਼ਨ ਕੋਐਫੀਸ਼ੀਐਂਟ ਆਫ ਐਂਪਲੀਟਿਊਡ ਆ ਗਿਆ, ਰਿਫਲੈਕਸ਼ਨ ਕੋਐਫੀਸ਼ੀਐਂਟ ਆਫ એનર્ਜੀ ਕੱਢ ਲੈਣਾ, ਉਹ ਇਹਦਾ ਸਕੇਅਰ ਹੁੰਦਾ। ਹੁਣ ਇਹਦਾ ਇਹ ਕਿੰਨਾ ਆ ਗਿਆ 1, ਤਾਂ 1 ਦਾ ਸਕੇਅਰ 1 ਆ ਗਿਆ, ਠੀਕ ਹੈ। ਹੁਣ ਟਰਾਂਸਮਿਸ਼ਨ ਕੱਢ ਦੇਣਾ 2Z1 ਅਪੋਨ Z1 ਪਲੱਸ Z2, ਆਪਾਂ Z2 ਦੀ ਵੈਲਿਊ 0 ਪੁੱਟ ਕਰਨੀ, Z2 ਦੀ ਵੈਲਿਊ 0 ਪੁੱਟ ਕਰਦੀ, Z1 ਨਾਲ Z1 ਕੱਟੇਗਾ, ਇੱਥੇ ਵੀ Z1 ਆ ਕੱਟੇਗਾ, ਇਹ ਕਿੰਨਾ ਆ ਗਿਆ 2, ਠੀਕ ਹੈ। ਹੁਣ ਰਿਫਲੈਕਸ਼ਨ ਕੋਐਫੀਸ਼ੀਐਂਟ ਆਫ એનર્ਜੀ ਕੱਢਣਾ, ਇਹ ਕਿਹਦੇ ਬਰਾਬਰ 4Z1 ਅਪੋਨ Z2, Z1 ਪਲੱਸ Z2 ਦਾ ਸਕੇਅਰ। ਹੁਣ ਇੱਥੇ Z2 ਦੀ ਵੈਲਿਊ ਜੇ 0 ਪੁੱਟ ਕਰੋਗੇ ਤਾਂ ਇਹ ਆਨਸਰ ਆ ਜੂ 0, ਠੀਕ ਹੈ। ਇਹ ਸੀਗਾ ਆਪਣੇ ਕੋਲ ਕੇਸ। ਇਹਦੇ ਵਿੱਚ ਇਹਦੇ ਨਾਲ ਹੀ ਸੌਰੀ ਆਪਣੇ ਇਹਦੇ ਨਾਲ ਹੀ ਡੈਫੀਨੇਸ਼ਨ ਲਿਖੀ ਹੈ। ਡੈਫੀਨੇਸ਼ਨ 'ਚ ਕੀ ਲਿਖਿਆ, ਜਿਹੜੇ ਫ੍ਰੀ ਐਂਡ ਆ ਉਹਦੇ ਵਿੱਚ ਐਂਪਲੀਟਿਊਡ ਆਫ ਦਾ ਰਿਫਲੈਕਟਡ ਵੇ ਹੈ 1/2 ਦਾ ਇੰਸੀਡੈਂਟ ਵੇ ਦੇ ਬਰਾਬਰ ਹੁੰਦਾ। ਦੇਖ ਲਓ ਰਿਫਲੈਕਟਡ ਵੇ ਦਾ ਅਤੇ ਇੰਸੀਡੈਂਟ ਵੇ ਦਾ ਐਂਪਲੀਟਿਊਡ ਬਰਾਬਰ ਹੋਊਗਾ,
ठीक है, क्यों? क्योंकि आर ए की वैल्यू कितनी है, ए आर अपॉन ए आई इज इक्वल कितना आ गया 1। तो ए आई किहदे बराबर आ गया, ए आर ਦੇ ਬਰਾਬਰ। ਇਹਦੀ ਟਰਾਂਸਮਿਸ਼ਨ ਦੇ ਵਿੱਚ ਟਰਾਂਸਮਿਸ਼ਨ ਦੇ ਵਿੱਚ ਕੀ ਹੈ, ਡਬਲ ਹੋ ਜਾਊਗਾ ਐਂਪਲੀਟਿਊਡ ਕਿਹਦਾ, ਟਰਾਂਸਮਿਟ ਵੇਵ ਦਾ ਇੰਸੀਡੈਂਟ ਵੇਵ। ਹੁਣ ਆਪਾਂ ਫਿਕਸ ਐਂਡ ਦੀ ਗੱਲ ਕਰਾਂਗੇ, એનર્ਜੀ ਜ਼ੀਰੋ ਹੋ ਜਾਂਦੀ ਹੈ। ਆ ਦੇਖੋ ਟਰਾਂਸਮਿਟ ਕੋਐਫੀਸ਼ੀਐਂਟ ਐਂਡ ਫ੍ਰੀ ਐਂਡ ਤੇ ਕਿੰਨੀ ਹੈ, એનર્ਜੀ ਜ਼ੀਰੋ। ਇਹ ਪੜ੍ਹ ਲੈਣਾ। ਅੱਗੇ ਫਿਕਸ ਐਂਡ ਦੀ ਗੱਲ, ਫਿਕਸ ਐਂਡ ਵਿੱਚ ਆਪਾਂ ਇਨਫਿਨਿਟੀ ਪੁੱਟ ਕਰਨਾ। ਹੁਣ ਇੱਕ ਗੱਲ ਤੁਸੀਂ ਮੈਥ ਦੇ ਵਿੱਚ ਪੜ੍ਹਿਆ ਹੈ ਵਾ ਵੀ ਆਪਾਂ ਸਿੱਧਾ ਇਨਫਿਨਿਟੀ ਨਹੀਂ ਪੁੱਟ ਕਰ ਸਕਦੇ। ਇਨਫਿਨਿਟੀ ਦੀ ਫਾਰਮ ਇੰਟਰਮੀਡੀਏਟ ਫਾਰਮ ਬਣ ਜਾਂਦੀ ਹੈ, ਪਲੱਸ 2 ਵਿੱਚ ਪੜ੍ਹਦੇ ਹੋਵੋਗੇ। ਇਸ ਕਰਕੇ ਆਪਾਂ ਇਹਨੂੰ ਕੀ ਕਰਨਾ, ਆਪਣਾ Z2 ਨਾਲ ਡਿਵਾਈਡ ਕਰਨਾ ਪੈਣਾ। ਆਪਾਂ ਇਹਨੂੰ Z2 ਨਾਲ ਸਾਰੇ ਡਿਵਾਈਡ ਕਰਤਾ, Z1 ਤੋਂ Z2 ਇੱਥੇ 1 ਆ ਗਿਆ, this 1 ਆ ਗਿਆ। ਹੁਣ ਆਪਾਂ ਇਨਫਿਨਿਟੀ ਪੁੱਟ ਕਰਾਂਗੇ, ਆ 0 ਬਣ ਜੂ, ਆ ਵੀ 0 ਬਣ ਜੂ, ਤਾਂ ਇਹ ਕਿੰਨਾ ਆ ਗਿਆ -1। ਆਰ ਯੂ ਦੀ ਵੈਲਿਊ ਆ ਜੂਗੀ, ਇਹਦੀ -1 ਦਾ ਸਕੇਅਰ 1 ਆ ਗਈ। ਠੀਕ ਹੈ, ਇੱਦਾਂ ਹੀ ਆਪਾਂ ਇਹਦੀ ਵੈਲਿਊ ਕੱਢ ਲਾਂਗੇ, ਸੌਰੀ ਇੱਕ ਮਿੰਟ, ਆਦੀ ਟੀ ਏ ਦੀ। ਠੀਕ ਹੈ, ਇਹਦੇ ਵਿੱਚ ਆਪਾਂ Z2 ਨਾਲ ਡਿਵਾਈਡ ਕਰਤਾ, Z2 ਨਾਲ ਜੋ ਡਿਵਾਈਡ ਕੀਤਾ ਤਾਂ ਇਨਫਿਨਿਟੀ ਪੁੱਟ ਕਰਾਂਗੇ ਤਾਂ ਇਹ ਕੀ ਬਣ ਜੂਗਾ 0, ਇੱਥੇ 0 ਆ ਜੂਗਾ। ਇੱਦਾਂ ਹੀ ਟੀ ਯੂ ਦੀ ਵੈਲਿਊ ਕੱਢ ਲਈ, ਇਹਦੇ ਵਿੱਚ Z2 ਨਾਲ ਡਿਵਾਈਡ ਕਰਤਾ, ਇਹ 'ਚ ਆਪਾਂ ਜੇ ਵੈਲਿਊ ਇਨਫਿਨਿਟੀ ਪੁੱਟ ਕਰਾਂਗੇ ਤਾਂ ਇਹ ਵੀ ਕੀ ਆ ਜੂਗਾ 0। ਇਹਦਾ ਮਤਲਬ ਕਿ ਟਰਾਂਸਮਿਸ਼ਨ ਕੋਐਫੀਸ਼ੀਐਂਟ ਆਫ ਐਂਪਲੀਟਿਊਡ ਵੀ 0 ਆ, ਟਰਾਂਸਮਿਸ਼ਨ ਕੋਐਫੀਸ਼ੀਐਂਟ ਆਫ એનર્ਜੀ ਵੀ 0 ਆ, ਪਰ ਜਿਹੜੀ ਵੇਵ ਆ, ਇੰਸੀਡੈਂਟ ਵੇਵ ਆ, ਉਹਦਾ ਐਂਪਲੀਟਿਊਡ ਜਿਹੜਾ ਹੋਊਗਾ ਮਾਈਨਸ ਹੋਊਗਾ ਰਿਫਲੈਕਟਡ ਵੇਵ। ਠੀਕ ਹੈ, ਤੇ એનર્ਜੀ 1 ਹੋਊਗੀ। ਠੀਕ ਹੈ ਜੀ, ਇਹ ਸੀਗਾ ਆਪਣੇ ਕੋਲ ਫਿਕਸ ਐਂਡ ਤੇ ਫ੍ਰੀ ਐਂਡ ਤੇ। ਹੁਣ ਇੱਕ ਛੋਟਾ ਜਿਹਾ ਕੇਸ ਹੈ, ਰੇਟ ਆਫ ਅਰਾਈਵਲ ਐਂਡ ਡਿਪਾਰਚਰ ਆਫ ਵੇਵ એનર્ਜੀ ਐਟ ਦ ਜੰਕਸ਼ਨ ਆਫ ਦ ਟੂ ਸਟਿੰਗ। ਜਿਹੜਾ ਉਹ ਟੂ ਸਟਿੰਗ ਦਾ ਜੰਕਸ਼ਨ ਹੈ ਉੱਤੇ ਰੇਟ ਆਫ ਅਰਾਈਵਲ ਤੇ ਡਿਪਾਰਚਰ એનર્ਜੀ ਕਿੰਨੀ ਹੁੰਦੀ ਹੈ, ਉਹ ਆਪਾਂ ਕੱਢਣੀ ਹੈ। ਇਹ ਵੀ ਛੋਟਾ ਜਿਹਾ ਆਰਟੀਕਲ ਇਹਦੇ ਨਾਲ ਆ ਜਾਂਦਾ, ਕਈ ਵਾਰ ਲੱਗ ਵੀ ਜਾਂਦਾ। ਤਾਂ એનર્ਜੀ ਆਪਾਂ ਪਹਿਲਾਂ ਹੀ ਕੱਢੀ ਹੋਈ ਹੈ, ਆਈ ਇਕੁਅਲ 1/2 ਓਮੇਗਾ ਸਕੇਅਰ A1 ਦਾ ਸਕੇਅਰ AI ਦਾ ਸਕੇਅਰ Z1। ਠੀਕ ਹੈ, ਹੁਣ ਦੇਖੋ ਇਹ ਐਕਸਪ੍ਰੈਸ਼ਨ ਪਹਿਲਾਂ ਲਿਖਿਆ ਹੈ, ਦੇਖੋ ਤੁਹਾਨੂੰ ਹਰ ਇੱਕ ਜਗ੍ਹਾ ਤੇ ਲੋੜ ਪੈਂਦੀ ਹੈ ਐਕਸਪ੍ਰੈਸ਼ਨ ਦੀ, ਜਿਹੜਾ ਤੁਹਾਨੂੰ ਮੈਂ ਕਿਹਾ ਯਾਦ ਕਰ ਲਿਓ। ਆ ਦੇਖੋ ਇਹ ਆਰ ਕੱਢ ਲਿਆ, ਇਹ ਟੀ ਕਰਨਾ, ਸੇਮ ਜਿਹੜਾ ਹੁਣ ਆਪਾਂ ਆਰਟੀਕਲ ਦੇ ਵਿੱਚ ਕਰਕੇ ਆਏ। ਠੀਕ ਹੈ, ਆਪਾਂ ਕੀ ਕਰਨਾ, ਏ ਆਰ ਪਲੱਸ ਏ ਟੀ ਨੂੰ ਆਪਾਂ ਨੂੰ ਪਲੱਸ ਕਰਨਾ, ਦੇਖਣਾ ਵੀ ਏ ਆਈ ਬਣਦਾ। ਕੀ ਕਰਨਾ ਆਪਣੇ, ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ, ਇੱਕ ਆਪਾਂ ਉਹ ਐਕਸਪ੍ਰੈਸ਼ਨ ਕਰ ਦਿੰਦੇ, ਮੈਂ ਤੁਹਾਨੂੰ ਬਰਾਬਰੀ ਦੱਸਦਾ ਜੀ, ਵਾਈ ਆਈ ਇਜ਼ ਇਕੁਅਲ ਟੂ, ਦੋ ਚੀਜ਼ਾਂ ਨੇ ਵੀ ਟੁੱਟ ਗਿਆ, ਵਾਈ ਆਰ ਪਲੱਸ ਵਾਈ ਟੀ, ਹੈ ਨਾ, ਇਹਨਾਂ ਦੋਨਾਂ ਦੇ ਬਰਾਬਰ ਆ એનર્ਜੀ ਹੈ। ਤਾਂ ਆਪਾਂ ਉਹੀ ਚੀਜ਼ ਹੁਣ ਆਪਾਂ ਇੱਥੇ ਪ੍ਰੂਵ ਕਰਨੀ ਹੈ। ਦੇਖੋ ਆਈ ਆਰ ਰਿਫਲੈਕਸ਼ਨ એનર્ਜੀ ਪਲੱਸ ਟਰਾਂਸਮਿਟਡ એનર્ਜੀ, ਉਹ ਇੰਸੀਡੈਂਟ એનર્ਜੀ ਦੇ ਬਰਾਬਰ ਪਹੁੰਚਦੀ ਨੇ, ਤਾਂ ਇਹਨਾਂ ਦੋਨਾਂ ਨੂੰ ਪਲੱਸ ਕਰ ਦੋ, ਜਿਹੜੇ ਚੀਜ਼ ਕਾਮਨ ਨਿਕਲੀ ਕਾਮਨ ਕੱਢਤੀ। ਠੀਕ ਹੈ, ਏ ਆਈ ਨੇ ਮੈਨੂੰ ਡਿਵਾਈਡ ਕਰਤਾ, ਇਹ ਚੋਂ ਏ ਆਈ ਕਾਮਨ ਕੱਢ ਕੇ। ਠੀਕ ਹੈ, ਏ ਆਈ ਦਾ ਸਕੇਅਰ, ਏ ਆਈ ਦਾ ਸਕੇਅਰ। ਹੁਣ ਏ ਆਰ ਆਪਾਂ ਏ ਟੀ ਕਿਹਦੇ ਬਰਾਬਰ ਆ, ਆਰ ਏ ਦੇ ਬਰਾਬਰ, ਡੈਡੀ ਕਿੰਨਾ ਆ ਜੀ, ਇਹ ਆਪਾਂ ਕੱਢੀ ਹੋਈ ਹੈ। ਏ ਟੀ ਪੌਨ ਏ ਆਈ ਵੈਲਿਊ ਆਪਾਂ ਇੱਥੇ ਪੁੱਟ ਕਰ ਸਕਦੇ, ਅੱਗੇ ਏ ਟੀ ਪੌਨ ਏ ਆਈ ਦਿਸ वन। ਠੀਕ ਹੈ, ਏ ਟੀ ਪੌਨ ਏ ਟੀ ਏ ਦੇ ਬਰਾਬਰ ਹੁੰਦਾ, ਇੱਥੇ ਏ ਆਈ ਆਉਣਾ। ਠੀਕ ਹੈ, ਇੱਥੇ ਟੀ ਏ ਟੀ ਪੌਨ ਏ ਆਈ ਆਉਣਾ। ਠੀਕ ਹੈ ਜੀ, ਇਹ ਥੋੜ੍ਹੀਆਂ ਗਲਤੀਆਂ ਜਿਹੜੀਆਂ ਸਹੀ ਕਰ ਲਈ। ਉਸ ਤੋਂ ਬਾਅਦ ਆਪਾਂ ਇਹ ਦੋਨੇ ਜਿਹੜੀ ਵੈਲਿਊ ਯੂਜ਼ ਨੇ, ਆਹ ਏ ਆਰ अपॉन ए टी अपॉन ए आई, ਇਹ ਦੋਨੇ ਵੈਲਿਊ ਇੱਥੇ ਏ ਆਰ अपॉन ए टी आई ए टी अपॉन ए आई ਦੀ ਵੈਲਿਊ, ਦੋਨੇ ਵੈਲਿਊ ਆਪਾਂ ਇੱਥੇ ਪੁੱਟ ਕਰ ਦੇਣੀ ਹੈ। ਇਹ ਦੋਨੇ ਜਿਹੜੇ ਵੈਲਿਊ ਪੁੱਟ ਕੀਤੇ ਤਾਂ ਆਪਣੇ ਕੋਲ ਐਕਸਪ੍ਰੈਸ਼ਨ ਆ ਗਿਆ। ਇਹਨੂੰ ਆਪਾਂ ਨੇ ਐਲਸੀਐਮ ਲੈਣਾ, ਐਲਸੀਐਮ ਲੈ ਕੇ ਇਹਨੂੰ ਸੋਲਵ ਕਰ ਲੈਣਾ, ਆਹ ਚੀਜ਼ਾਂ ਕੱਟੀਆਂ ਜਾਣੀਆਂ ਨੇ, ਤਾਂ ਆਪਣੇ ਕੋਲ ਆ ਜਾਊਗਾ 1/2 ਓਮੇਗਾ ਸਕੇਅਰ ਏ ਆਈ ਦਾ ਸਕੇਅਰ ਜ਼ੈਡ ਆਈ ਸਕੇਅਰ। ਹੁਣ ਇਹ ਕਿਹਦੇ ਬਰਾਬਰ ਆ, ਆਪਾਂ ਹੁਣੇ ਪਿਛਲੇ ਆਰਟੀਕਲ 'ਚ ਹੁਣੇ ਲਿਖ ਚੁੱਕੇ ਹਾਂ, ਏ ਆਈ ਦੇਖ ਲਓ ਪਿਛਲੇ ਪੇਜ 'ਤੇ। ठीक है, ए आई के बराबर, तो ए आर प्लस ए आई लिख लो ए टी के बराबर आ गया। ठीक है, ये सीगा रेट ऑफ अराइवल एंड डिपार्चर ऑफ एनर्जी एट द बाउंड्री। ठीक है, ਹੁਣ ਆਪਾਂ ਇਹ ਸੀਗਾ ਸਾਰਾ ਜਿਹੜਾ ਆਪਾਂ ਕੁਝ ਕੀਤਾ ਸੀਗਾ, ਇਹ ਸੀਗਾ ਆਪਣੇ ਕੋਲ ਟਰਾਂਸਮਿਸ਼ਨ ਵੇਵ। ਠੀਕ ਹੈ, ਹੁਣ ਇਹ ਚੀਜ਼ਾਂ ਆਪਾਂ ਦੁਬਾਰਾ ਕਰਨੀ ਨੇ, ਕਿਹੜੀ ਵੇਵ ਲਈ, ਲੌਂਗੀਟਿਊਡ ਵੇਵ। ਹੁਣ ਲੌਂਗੀਟਿਊਡ ਵੇਵ ਲਈ ਕਰਨ ਲਈ ਦੇਖੋ, ਰਿਫਲੈਕਸ਼ਨ ਐਂਡ ਟਰਾਂਸਮਿਸ਼ਨ ਆਫ ਲੌਂਗੀਟਿਊਡ ਸੇਮ ਹੀ ਹੈ। ਠੀਕ ਹੈ, ਕੋਈ ਨਾ ਖਾਸ ਨਹੀਂ ਹੈਗਾ ਫਰਕ। ਤੇ ਹੁਣ ਦੇਖੋ ਟਰਾਂਸਮਿਸ਼ਨ ਲਈ ਅਲੱਗ ਪੁੱਛ ਸਕਦੇ ਨੇ ਪੇਪਰ ਦੇ ਵਿੱਚ, ਤੇ ਲੌਂਗੀਟਿਊਡ ਵੇਵ ਲਈ ਅਲੱਗ ਪੁੱਛ ਸਕਦੇ ਨੇ। ਠੀਕ ਹੈ, ਇਹ ਚੀਜ਼ ਦਾ ਧਿਆਨ ਰੱਖਣਾ ਵਾ ਵੀ ਆਪਾਂ ਨੂੰ ਕਿਹੜਾ ਪੁੱਛਿਆ ਵਾ। ਠੀਕ ਹੈ, ਹੁਣ ਲੌਂਗੀਟਿਊਡ ਵੇਵ ਲਈ ਉੱਦਾਂ ਹੀ ਆਪਾਂ ਨੇ ਇੱਕ ਵੇਵ ਬਣਾ ਲਈ, ਇਹ 'ਚ ਰਿਫਲੈਕਸ਼ਨ ਬਣਾ ਲਿਆ, ਕੰਪਰੈਸ਼ਨ ਬਣਾ ਲਿਆ, ਐਕਸ ਇਕੁਅਲ ਬਾਉਂਡਰੀ ਬਣਾ ਦਿੱਤੀ। ਠੀਕ ਹੈ, ਆਹ ਦੋ ਵੇਵ ਫਰੰਟ ਹੋ ਗਏ A1 ਤੇ B1, A2 ਤੇ B2।
ਇਹਦਾ ਇੰਪੀਡੈਂਸ ਹੋ ਗਿਆ Z1, ਇਹਦਾ ਇੰਪੀਡੈਂਸ ਹੋ ਗਿਆ Z2, ਇਹਦਾ ਕੋਐਫੀਸ਼ੀਐਂਟ K1, ਇਹਦਾ ਕੋਐਫੀਸ਼ੀਐਂਟ K2 K2, ਠੀਕ ਹੈ। ਜੋ ਮਰਜ਼ੀ ਲਿਖ ਲਓ, K1 ਲਿਖ ਲਓ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ, ਠੀਕ ਹੈ। ਉਹ ਐਕਸਪ੍ਰੈਸ਼ਨ ਨੇ, ਉਹ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਚਾਹੀਦਾ ਵੀ ਕਾਹਦੇ ਵਾਸਤੇ ਲਿਖਿਆ, ਠੀਕ ਹੈ ਜੀ। ਹੁਣ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ। ਕੀ ਕੀਤਾ ਤੁਸੀਂ ਆਪਣੇ, ਉੱਦਾਂ ਹੀ AI ਦੀ ਵੈਲਿਊ ਲੈ ਲਓ, ਦੈਟ ਇਜ਼ AI e raised by iota omega t K1x, ਠੀਕ ਹੈ। ਦੇਖੋ ਸੇਮ ਹੀ ਦਿੱਤੇ, ਉਹ ਡਾਇਗਰਾਮ ਦੇ ਵਿੱਚ ਹੀ ਗਲਤ ਦਿੱਤਾ ਹੈ, ਉਹੀ K1 K2 ρ1 ρ2 ਸਾਰਾ ਕੁਝ ਹੀ ਦਿੱਤਾ, ਠੀਕ ਹੈ। AR ਦੀ ਵੈਲਿਊ ਲੈ ਲਓ, AR e raised by iota omega t K1x, AT ਦੀ ਵੈਲਿਊ ਲੈ ਲਓ, AI ਸੌਰੀ ਆ ਗਲਤ ਇੱਥੇ, ਇੱਥੇ AT ਆਉਣਾ, ਠੀਕ ਹੈ। ਰਿਫਲੈਕਸ਼ਨ ਕੋਐਫੀਸ਼ੀਐਂਟ ਹੋ ਗਿਆ, ਇੱਥੇ ਪਲੱਸ ਆ ਜਾਂਦਾ, ਟਰਾਂਸਮਿਸ਼ਨ ਦੇ ਮੈਂਸ ਹੈ, ਇਹ ਮੈਂਸ, ਠੀਕ ਹੈ। ਹੁਣ ਦੇਖੋ ਬਾਉਂਡਰੀ ਕੰਡੀਸ਼ਨ ਲਾ ਦਿੱਤੀਆਂ, ਪਹਿਲਾਂ ਡਿਸਪਲੇਸਮੈਂਟ ਕੰਡੀਸ਼ਨ AYI ਉਹ ਸੇਮ ਆਰਟੀਕਲ ਹੈ, ਠੀਕ ਹੈ, ਸਿਰਫ ਲੌਂਗੀਟਿਊਡ ਲਿਖਿਆ ਹੈ, ਠੀਕ ਹੈ। ਤੇ ਇਹ ਕਰਤਾ ਬਾਉਂਡਰੀ ਕੰਡੀਸ਼ਨ ਲਾਤੀ, ਕਿਉਂਕਿ ਮੈਂ ਹੁਣ ਕਰਵਾਇਆ ਹੈ, ਮੈਂ ਦੁਬਾਰਾ ਇਹਨੂੰ ਡੀਪਲੀ ਨਹੀਂ ਜਾਊਂਗਾ ਕਿ ਮੈਂ ਹੁਣੇ ਕਰਵਾ ਕੇ ਆਇਆ। ਬਾਉਂਡਰੀ ਕੰਡੀਸ਼ਨ ਲਾਤੀ, x ਇਕੁਅਲ 0 ਪੁੱਟ ਕਰਤਾ, ਆ ਜੀ ਜਾ ਗਈ, ਇਹੀ ਆਈ ਸੀ ਨਾ ਉਹ 'ਚ ਵੀ AI ਪਲੱਸ AR ਇਕੁਅਲ 80। ਹੁਣ ਸੈਕੰਡ ਬਾਉਂਡਰੀ ਕੰਡੀਸ਼ਨ ਕੀ ਹੈ ਵੀ ਟ੍ਰਾਂਜ਼ੀਐਂਟ ਵੇਵ ਆ, ਉਹ ਕੀ ਹੈ ਪ੍ਰੈਸ਼ਰ, ਹੁਣ ਪ੍ਰੈਸ਼ਰ ਹੋਊਗਾ, ਟੈਨਸ਼ਨ ਨਹੀਂ ਹੋਊਗੀ, ਇੱਥੇ ਕੀ ਹੋਊਗਾ ਪ੍ਰੈਸ਼ਰ, ਕਿਉਂਕਿ ਕੰਪਰੈਸ ਹੋ ਰਹੀ ਹੈ ਤੇ ਐਕਸਪੈਂਡ ਹੋ ਰਹੀ ਹੈ। ਉਹਦੇ 'ਚ ਕੀ ਟੈਨਸ਼ਨ ਸੀਗੀ T, ਇਹਦੇ 'ਚ ਹੁਣ ਐਗਜ਼ੈਕਟ ਪ੍ਰੈਸ਼ਰ ਜਿਹੜਾ B ਆ ਉਹਨੂੰ ਕਰ ਲਈ ਵਾਈਪ ਔਨ, ਦੇਖੋ ਉੱਤੇ T ਲਿਖਦੇ ਸੀਗੇ, ਇੱਥੇ B ਲਿਖ ਲਾਂਗੇ, ਕਰ ਲਈ ਵਾਈਪ ਔਨ ਕਰ ਲਈ X, ਠੀਕ ਹੈ। ਹੁਣ ਇਹ ਵੀ ਕੰਟੀਨਿਊ ਹੋਣਾ ਚਾਹੀਦਾ, ਤਾਂ ਇਹਨੂੰ ਆਪਾਂ ਡੈਰੀਵੇਟ ਕਰ ਦੋ ਦੋਨਾਂ ਸਾਈਡ ਤੇ, B ਨਾਲ ਮਲਟੀਪਲਾਈ ਕਰਕੇ ਕਰ ਲਈ ਵੈਲਿਊ, B ਨੇ B ਤਾਂ ਕੱਟੇਗਾ, ਤਾਂ ਇਹਨੂੰ ਡੈਰੀਵੇਟ ਕਰਾਂਗੇ Y ਦੀ ਵੈਲਿਊ ਤੇ ਆ ਦੀ ਵੈਲਿਊ, ਆ ਡੈਰੀਵੇਟ ਕਰਕੇ ਆਪਾਂ ਨੇ X ਦੀ ਵੈਲਿਊ 0 ਪੁੱਟ ਕਰਨੀ, omega t ਕੱਟੇਗਾ, X ਦੀ ਵੈਲਿਊ 0 ਪੁੱਟ ਕਰਤੀ, ਤਾਂ AI ਮੀਨਸ AR ਦੇ ਕੋਲ ਦਿਸ ਹੋਣਾ ਜੂਗਾ। ਹੁਣ K2 ਤੋਂ K1 ਦੀ ਵੈਲਿਊ ਫੇਰ ਇੱਥੇ ਕੱਢਣੀ ਹੈ, ਜਿਵੇਂ ਆਪਾਂ ਉਹ 'ਚ ਪਹਿਲੇ 'ਚ ਕੱਢੀ ਸੀ, ਦੇਖੋ that is K1 equal to 2 pi upon lambda 1, 2 pi nu upon V into lambda 1, that is omega upon C1, वे C1 ਕੀ ਹੈ velocity, ਠੀਕ ਹੈ। ਹੁਣ C1 equal to ਇੱਥੋਂ ਆਪਾਂ T upon Z1 ਤੇ B upon Z1 ਲਿਖ ਦਾਂਗੇ, ਠੀਕ ਹੈ। ਹੁਣ K1 equal to ਆ ਜਾਊਗਾ omega upon V into Z1, K2 ਆ ਜਾਊਗਾ omega upon Z2 into B, ਤਾਂ ਇਹਨਾਂ ਦੋਨਾਂ ਨੂੰ K2 upon K1 ਦੀ ਵੈਲਿਊ ਕੱਢ ਲਓ, ਠੀਕ ਹੈ। ਹੁਣ ਇਹ ਕੋਟ K2 upon K1 ਦੀ ਵੈਲਿਊ 'ਚ ਪੁੱਟ ਕਰਤੀ, ਜਿਹੜੀ ਆਪਾਂ A1 upon A2 AI ਮੀਨਸ AR ਹੁਣੇ ਆਪਾਂ ਕੱਢ ਕੇ ਹਟੇ ਹਾਂ, ਉਹਦੇ ਵਿੱਚ ਵੈਲਿਊ ਪੁੱਟ ਕਰਤੀ, ਠੀਕ ਹੈ। ਹੁਣ ਦੇਖੋ ਇੱਕ AI ਮੀਨਸ AR ਆ ਗਿਆ, ਇੱਕ AI ਪਲੱਸ AR ਆ ਗਿਆ, AT ਦੋਨੋਂ ਨੂੰ ਇੱਕ ਵਾਰ ਐਡ ਕਰ ਦਿਓ, ਇੱਕ ਵਾਰ ਸਪਰੈਡ ਕਰ ਦਿਓ, ਆਪਾਂ AI ਦੀ ਵੈਲਿਊ ਨਿਕਲ ਜੂਗੀ, ਇੱਦਾਂ ਹੀ AT ਦੀ ਵੈਲਿਊ ਨਿਕਲ ਜੂਗੀ, ਦੇਖੋ ਸੇਮ ਹੀ ਆ ਗਈ, AR ਤੇ AI ਦੀ ਵੈਲਿਊ ਸੇਮ ਹੀ ਆ ਗਈ ਉੱਦਾਂ ਹੀ ਜੋ ਆਪਾਂ ਪਹਿਲਾਂ ਕੱਢ ਚੁੱਕੇ ਹਾਂ, ਠੀਕ ਹੈ। ਹੁਣ ਰਿਫਲੈਕਸ਼ਨ ਕੋਐਫੀਸ਼ੀਐਂਟ ਆਫ ਐਂਪਲੀਟਿਊਡ ਕੱਢਣਾ, ਉਹ ਕੀ ਬਰਾਬਰ ਹੁੰਦਾ ਰੇਸ਼ੋ ਆਫ ਦਾ ਰਿਫਲੈਕਟਡ ਐਂਪਲੀਟਿਊਡ ਟੂ ਦਾ ਇਨਸੀਡੈਂਟ ਐਂਪਲੀਟਿਊਡ, ਰਿਫਲੈਕਟਡ ਐਂਪਲੀਟਿਊਡ ਆਪਣੇ ਕੋਲ ਆ ਪਿਆ, ਇੰਸੀਡੈਂਟ ਐਂਪਲੀਟਿਊਡ ਆ ਪਿਆ, ਇਹਨਾਂ ਦੋਨੋਂ ਡਿਵਾਈਡ ਕਰ ਦਿਓ ਤਾਂ ਆ ਜੂ, ਠੀਕ ਹੈ। ਹੁਣ ਫਰਕ ਕੀ ਪਿਆ ਉੱਥੇ Z1, ਠੀਕ ਹੈ ਸੇਮ ਹੀ ਹੈ ਨਾ। ਉਸ ਤੋਂ ਬਾਅਦ ਟ੍ਰਾਂਸਮਿਟ ਕੋਐਫੀਸ਼ੀਐਂਟ ਐਂਪਲੀਟਿਊਡ ਕੱਢਣਾ, ਉਹ ਕੀ ਰਿਹਾ ਟ੍ਰਾਂਸਮਿਟ ਐਂਪਲੀਟਿਊਡ ਟੂ ਦਾ ਇੰਸੀਡੈਂਟ ਐਂਪਲੀਟਿਊਡ, ਇਹ ਇੱਥੇ ਨਿਕਲ ਜੂਗਾ ਟ੍ਰਾਂਸਮਿਟ ਐਂਪਲੀਟਿਊਡ ਡਿਵਾਈਡ ਬਾਈ ਇੰਸੀਡੈਂਟ ਐਂਪਲੀਟਿਊਡ, ਇਹਨੂੰ ਨੀਚੇ ਲੈ ਜਾਓ, ਇਹਨੂੰ ਉੱਧਰ ਪਰਲੇ ਪਾਸੇ ਮਲਟੀਪਲਾਈ ਤਾਂ ਆਪਣੇ ਕੋਲ ਆ ਚੱਲ, ਠੀਕ ਹੈ। ਇਹ ਦੋ ਚੀਜ਼ਾਂ ਨਿਕਲ ਗਈਆਂ। ਇਹ ਆਰਟੀਕਲ ਮੈਂ ਪਹਿਲਾਂ ਹੁਣੇ ਕਰਵਾ ਕੇ ਕਹਿਣੇ ਕਰਕੇ ਮੈਂ ਦੁਬਾਰਾ ਡੀਪਲੀ ਨਹੀਂ ਜਾ ਰਿਹਾ, ਠੀਕ ਹੈ। ਤਾਂ ਆਪਣੇ ਕੋਲ ਦੋਨੋਂ ਜੀ, ਉਸ ਤੋਂ ਬਾਅਦ ਇੱਕ ਛੋਟਾ ਜਿਹਾ ਆਰਟੀਕਲ ਆਉਂਦਾ ਪੇਪਰ ਦੇ ਵਿੱਚ, ਸਟੈਂਡਿੰਗ ਵੇਵ ਰੇਸ਼ੋ ਕੀ ਹੁੰਦੀ ਹੈ, ਡਿਟਰਮਿਨ ਦਾ। ਹੁਣ ਜਿਹੜੀ ਜਿੰਨੀ ਵੀ ਆਪਾਂ ਵੇਵਜ਼ ਪੜ੍ਹੀਆਂ ਨੇ ਇਹ ਸਾਰੀਆਂ ਆਪਣੀਆਂ ਪ੍ਰੋਗਰੈਸਿਵ ਵੇਵ ਨੇ। ਹੁਣ ਸਟੈਂਡਿੰਗ ਵੇਵ ਰੇਸ਼ੋ, ਸਟੈਂਡਿੰਗ ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਸਟੈਂਡਿੰਗ ਵੇਵ ਕੀ ਹੁੰਦੀ ਹੈ। ਸਟੈਂਡਿੰਗ ਵੇਵ ਕੀ ਹੈ, ਮੰਨ ਲਓ ਦੇਖੋ ਕਈ ਵਾਰ ਕਰਕੇ ਆਪਾਂ ਆਹ ਰੇਜ਼ ਇੰਸੀਡੈਂਟ ਕੀਤੀ, ਇੱਥੋਂ ਰਿਫਲੈਕਟ ਹੋ ਗਿਆ, ਦੇਖੋ ਇਹ ਰੇ ਇੰਸੀਡੈਂਟ ਕਰਤੀ, ਇੱਥੇ ਜਾ ਕੇ ਐਂ ਰਿਫਲੈਕਟ ਹੋ ਗਈ, ਰਿਫਲੈਕਟ ਇਹ 180 ਫੇਜ਼ ਡਿਫਰੈਂਸ ਨਾਲ, ਠੀਕ ਹੈ ਸੇਮ ਐਂ, ਠੀਕ ਹੈ। ਹੁਣ ਆਪਾਂ ਨੂੰ ਐਂ ਲੱਗੂ ਵੀ ਖੜੀ ਹੈ, ਕਰ ਰਹੀ ਮੂਵ ਹੈ, ਜਿਵੇਂ ਪਾਣੀ ਦੇ ਵਿੱਚ ਆਪਾਂ ਬੱਟਾ ਮਾਰਦੇ ਹਾਂ, ਕੋਈ ਤਾਲ ਦੇ ਵਿੱਚ ਪਾਣੀ ਦੇ ਵਿੱਚ ਬੱਟਾ ਮਾਰੀ ਸੈਂਟਰ 'ਚ, ਉਹ ਪਹਿਲਾਂ ਰੇਤਾਂ ਐਂ ਜਾਣਗੀਆਂ ਜਿਹੜੀਆਂ ਲਹਿਰਾਂ ਨੇ ਬਾਹਰੋਂ, ਠੀਕ ਹੈ। ਫਿਰ ਉਹ ਕੋਨੇ ਨਾਲ ਟਕਰਾ ਕੇ ਨਾ ਜਿਹੜੇ ਆਪਣੇ ਕਿਨਾਰੇ ਨੇ ਉਹਦੇ ਕਿਨਾਰੇ ਨਾਲ ਟਕਰਾ ਕੇ ਵਾਪਸ ਆਉਣ ਲੱਗ ਜਾਂਦੀਆਂ ਨੇ, ਤਾਂ ਉਨੀ ਸਪੀਡ ਨਾਲ ਵਾਪਸ ਆਉਂਦੀ, ਤਾਂ ਆਪਾਂ ਨੂੰ ਐਂ ਲੱਗਣ ਲੱਗ ਜਾਂਦਾ ਵੀ ਉਹ ਪਾਣੀ ਨਾ ਇੱਕ ਜਗ੍ਹਾ 'ਤੇ ਐਂ ਕਰੀ ਜਾਂਦਾ ਉੱਪਰ ਨੀਚੇ ਅੱਗੇ ਨੂੰ ਜਾ ਰਿਹਾ। ਪਹਿਲਾਂ ਆਪਾਂ ਨੂੰ ਐਂ ਲੱਗਦਾ ਵੀ ਪਾਣੀ ਬਾਹਰ ਨੂੰ ਜਾ ਰਿਹਾ, ਠੀਕ ਹੈ, ਲਹਿਰਾਂ ਬਾਹਰ ਨੂੰ ਜਾ ਰਹੀਆਂ, ਫਿਰ ਟਕਾ ਕੇ ਵਾਪਸ ਆਉਂਦੀਆਂ ਨੇ ਤਾਂ ਇੱਕ ਦੂਜੇ ਨਾਲ ਸੁਪਰੀਮ ਪੋਜ਼ ਕਰ ਜਾਂਦੀਆਂ ਨੇ, ਤਾਂ ਆਪਣੇ ਐਂ ਲੱਗਦੀਆਂ ਨੇ ਇੱਕ ਜਗ੍ਹਾ 'ਤੇ ਖੜੀਆਂ, ਜਿਹੜੀਆਂ ਇੱਕ ਜਗ੍ਹਾ 'ਤੇ ਖੜੀਆਂ ਲੱਗਦੀਆਂ ਨੇ ਉਹਨੂੰ ਆਪਾਂ ਕਹਿੰਦੇ ਸਟੈਂਡਿੰਗ ਵੇਵਸ, ਪਰ ਖੜੀ ਨਹੀਂ ਕਰਦੀ, ਠੀਕ ਹੈ। ਉਹਦੀ ਆਪਾਂ ਰੇਸ਼ੋ ਕੱਢਣੀ ਹੈ। ਹੁਣ ਉਹਨੂੰ ਕੱਢਣ ਲਈ ਆਪਾਂ ਦੇਖੋ ਕਿਵੇਂ ਕਰਾਂਗੇ, ਪਹਿਲਾਂ ਤਾਂ ਆਪਾਂ ਇੰਸੀਡੈਂਟ ਵੇਵ ਲਵਾਂਗੇ,
इंसीडेंट वेव कितनी है ए आई ए मेगा टे, तो रिफ्लैक्टेड रे नहीं है। ਹੁਣ ਟਰਾਂਸਮਿਟਰ ਰੇ ਦੀ ਗੱਲ ਨਹੀਂ ਕਰਾਂਗੇ ਆਪਾਂ, ਕਿਉਂਕਿ ਰਿਫਲੈਕਟ ਹੋ ਕੇ ਵਾਪਸ ਆ ਗਈ, ਠੀਕ ਹੈ। ਉਹਦੇ ਵਿੱਚ ਆਪਾਂ ਮਾਈਨਸ ਦੀ ਕਰੇ ਪਲੱਸ ਲਾਤਾ, ਠੀਕ ਹੈ। ਰਿਫਲੈਕਟਰ ਦੇ ਵਿੱਚ ਪਤਾ ਹੀ ਤੁਹਾਨੂੰ ਕਿੱਥੋਂ ਲਿਖਿਆ ਆਪਾਂ ਨੇ, ਠੀਕ ਹੈ। ਹੁਣ ਆਪਾਂ ਦੇਖੋ ਮੈਕਸਿਮਮ ਐਂਪਲੀਟਿਊਡ ਕਿੰਨਾ ਹੋਊਗਾ ਏ ਆਈ ਪਲੱਸ ਏ ਆਰ, ਮਿਨੀਮਮ ਐਂਪਲੀਟਿਊਡ ਕਿੰਨਾ ਹੋਊਗਾ ਏ ਆਈ ਮਾਈਨਸ ਏ ਆਰ, ਠੀਕ ਹੈ। ਤਾਂ ਸਟੈਂਡਿੰਗ ਵੇਵ ਰੇਸ਼ੋ ਕਿਹਦੇ ਬਰਾਬਰ ਹੈ, ਮੈਕਸਿਮਮ ਐਂਪਲੀਟਿਊਡ ਦਾ ਮਿਨੀਮਮ ਐਂਪਲੀਟਿਊਡ, ਮਿਨੀਮਮ ਐਂਪਲੀਟਿਊਡ ਆ ਵਾ ਮੈਕਸਿਮਮ ਆ, ਦੋਨਾਂ ਨੂੰ ਡਿਵਾਈਡ ਕਰ ਦਿਓ, ਠੀਕ ਹੈ। ਹੁਣ ਇਹਨੂੰ ਏ ਆਈ ਨਾਲ ਡਿਵਾਈਡ ਕਰ ਦਿਓ ਦੋਨਾਂ ਪਾਸੇ, ਠੀਕ ਹੈ। ਤਾਂ ਆ ਕੀ ਬਣ ਗਿਆ ਏ ਆਰ ਅਪੋਨ ਏ ਆਈ ਇਕੁਅਲ ਆਰ ਏ, ਇੱਦਾਂ ਹੀ ਏ ਆਰ ਅਪੋਨ ਏ ਆਈ ਇਕੁਅਲ ਆਰ ਏ, ਠੀਕ ਹੈ। ਇੱਕ ਪਲੱਸ ਬਣ ਗਿਆ ਇੱਕ ਮਾਈਨਸ ਬਣ ਗਿਆ, ਰਿਫਲੈਕਸ਼ਨ ਆਫ ਏ ਐਂਪਲੀਟਿਊਡ, ਠੀਕ ਹੈ ਜੀ। ਹੁਣ ਉਸ ਤੱਕ ਦੇਖਦੇ ਹਾਂ, ਇਹਨੂੰ ਕ੍ਰਾਸ ਮਲਟੀਪਲਾਈ ਕਰ ਲਓ ਸਟੈਂਡਿੰਗ ਵੇਵ ਰੇਸ਼ੋ, ਠੀਕ ਹੈ। ਇਹ 'ਚ ਆਰ ਵਾਲੇ ਕਾਮਨ ਕੱਢ ਲਓ ਇੱਧਰ, ਤਾਂ ਆਰ ਦੀ ਵੈਲਿਊ ਕੱਢ ਲਓ, ਤਾਂ ਇਹ ਕੀ ਹੈ ਸਟੈਂਡਿੰਗ ਵੇਵ ਰੇਸ਼ੋ ਮਾਈਨਸ 1 ਸਟੈਂਡਿੰਗ ਵੇਵ ਰੇਸ਼ੋ ਪਲੱਸ 1, ਠੀਕ ਹੈ। ਹੁਣ ਆਰ ਏ ਕਿਹਦੇ ਬਰਾਬਰ ਆ ਆਪਣੇ ਕੋਲ ਏ ਆਰ ਅਪੋਨ ਏ, ਇਹ ਰਿਲੇਸ਼ਨ ਆ ਜਾਊਗਾ, ਠੀਕ ਹੈ ਜੀ। ਇਹ ਸੀਗਾ ਤੁਹਾਡਾ ਆਪਣਾ ਸਟੈਂਡਿੰਗ ਵੇਵ ਰੇਸ਼ੋ ਦਾ ਆਰਟੀਕਲ, ਠੀਕ ਹੈ ਜੀ। ਤੇ ਇਹਦੇ ਨਾਲ ਥੋੜਾ ਸੈਕਿੰਡ ਪਾਰਟ ਜਿਹੜਾ ਕੰਪਲੀਟ ਹੁੰਦਾ ਪਹਿਲੇ ਚੈਪਟਰ ਦਾ। ਇਹ ਤੋਂ ਜਿਹੜਾ ਅਗਲਾ ਆਰਟੀਕਲ ਨੇ, ਠੀਕ ਹੈ, ਉਹ ਆਪਾਂ ਥਰਡ ਪਾਰਟੀ ਜਿਹੜਾ ਪਾਰਟ ਆਪਾਂ ਲੈਕਚਰ ਦਾ ਸੈਮੀਨਾਰ ਦਾ ਉਹਦੇ ਵਿੱਚ ਕੰਪਲੀਟ ਕਰਾਂਗੇ, ਠੀਕ ਹੈ। ਠੀਕ ਹੈ, ਨੈਟਵਰਕ ਪ੍ਰੋਬਲਮ ਕਰਕੇ ਥੋੜੀ ਪ੍ਰੋਬਲਮ ਆਉਂਦੀ ਹੈ, ਠੀਕ ਹੈ। ਉਹ ਵੀ ਜਲਦੀ ਹੀ ਜਲਦੀ ਅਪਡੇਟ ਹੋ ਜਾਊਗਾ, ਠੀਕ ਹੈ। ਇਹਦੇ ਟੈਸਟ ਨਾਲ ਦੀ ਨਾਲ ਹੀ ਸ਼ੁਰੂ ਹੋਣਗੇ, ਜਿੱਦਣ ਥੋੜਾ ਚੈਪਟਰ ਕੰਪਲੀਟ ਹੋ ਗਿਆ ਨਾਲ ਦੀ ਨਾਲ ਥੋੜੇ ਟੈਸਟ ਲੱਗ ਜਾਣਗੇ ਆਨਲਾਈਨ, ਠੀਕ ਹੈ। ਤੋਂ ਬੀ ਪ੍ਰਿਪੇਅਰ, ਤੇ ਅਟੈਂਡੈਂਸ ਜ਼ਰੂਰੀ ਹੈ ਸਾਰਿਆਂ ਦੀ, ਠੀਕ ਹੈ। ਅਟੈਂਡੈਂਸ ਜ਼ਰੂਰ, ਜਿਹੜਾ ਤੁਹਾਨੂੰ ਇੱਕ ਡਿਸਕ੍ਰਿਪਸ਼ਨ ਦੇ ਵਿੱਚ YouTube ਦੇ ਵਿੱਚ ਇੱਕ ਲਿੰਕ ਮਿਲਿਆ ਹੋਇਆ ਗੂਗਲ ਫਾਰਮ ਦਾ, ਉਹਦੇ ਵਿੱਚ ਤੁਸੀਂ ਆਪਣੀ ਅਟੈਂਡੈਂਸ ਜ਼ਰੂਰ ਦੇਣੀ ਹੈ। ਅਤੇ ਇਹਦੇ ਜਿਹੜੇ ਆਪਣੇ ਤੁਸੀਂ ਵੀਡੀਓ ਦੇ ਵਿੱਚ ਵੀ ਕਮੈਂਟ ਬਾਕਸ ਦੇ ਵਿੱਚ ਇੱਕ ਨਾਮ ਅਤੇ ਰੋਲ ਨੰਬਰ ਲਿਖ ਕੇ ਅਟੈਂਡੈਂਸ ਜ਼ਰੂਰ ਦੇਣੀ ਹੈ, ਠੀਕ ਹੈ। ਓਕੇ, ਧੰਨਵਾਦ।